सतगुर की साजी ਅਤੇ ਨਿਵਾਜੀ ਸਾਧ ਸੰਗਤ ਜੀ ਆਪਣੀ ਮਨਬਿਰਤੀ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਾਰੇ ਮਾਈ ਪਾਏ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਫਿਰ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਅੱਜ ਦਾ ਮੇਰਾ ਵਿਸ਼ੇ ਹੈ ਨਾਮਧਾਰੀ ਆਨੰਦ ਮਰਿਆਦਾ ਤੇ ਉਸ ਦੇ ਉੱਪਰ ਕੁਝ ਸਵਾਲ। ਸਤਿਗੁਰੂ ਰਾਮ ਸਿੰਘ ਜੀ ਨੇ ਸਦਾਚਾਰ ਤੇ ਸਮਾਜਿਕ ਕੁਰੀਤੀਆਂ ਦੂਰ ਕਰਨ ਦਾ ਪ੍ਰੋਗਰਾਮ ਬਣਾਇਆ। ਇਹਨਾਂ ਵਿੱਚ ਔਰਤਾਂ ਨੂੰ ਅੰਮ੍ਰਿਤ ਛਕਾਉਣਾ ਤੇ ਉਹਨਾਂ ਨੂੰ ਆਦਮੀਆਂ ਵਾਲਾ ਦਰਜਾ ਦੇਣਾ, ਹੱਕ ਦੇਣਾ ਸੀ, ਕਿਉਂਕਿ ਉਸ ਸਮੇਂ ਕੁੜੀਆਂ ਨੂੰ ਜਨਮ ਤੋਂ ਹੀ ਮਾਰ ਦਿੰਦੇ ਸਨ ਤੇ ਬਾਲ ਵਿਵਾਹ ਦੀ ਰੀਤੀ ਆਮ ਸੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਆਪਣਾ ਆਨੰਦ ਜਦੋਂ ਉਹ 7 ਸਾਲ ਦੇ ਹੋਏ ਉਸ ਵੇਲੇ ਹੋ ਗਿਆ ਸੀ ਤੇ ਸਤਿਗੁਰੂ ਜੀ ਨੇ ਲੋਕਾਂ ਨੂੰ ਇਹ ਕੁਰੀਤੀਆਂ, ਇਹ ਗਲਤ ਕੰਮ ਤੋਂ ਰੋਕਿਆ। ਕੁੜੀਆਂ ਮਾਰਨੀਆਂ ਬੰਦ ਕੀਤੀਆਂ, ਬਾਲ ਵਿਵਾਹ ਬੰਦ ਕੀਤੇ। ਸੋ 1 ਜੂਨ 1863 ਨੂੰ ਸਿਆੜ ਪਿੰਡ ਵਿਖੇ ਸਵੇਰੇ ਆਸਾ ਦੀ ਵਾਰ ਤੋਂ ਬਾਅਦ ਬਾਬਾ ਬੇਲਾ ਸਿੰਘ ਜੀ ਦੇ ਗ੍ਰਹਿ ਵਿਖੇ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੀ ਰਸਮ ਆਰੰਭ ਹੋਈ। ਸਭ ਤੋਂ ਪਹਿਲਾਂ ਨੰਬਰਦਾਰ ਰਣ ਸਿੰਘ ਦੀ ਸਪਤਨੀ ਬੀਬੀ ਖੇਮ ਕੌਰ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਉਹਨਾਂ ਨਾਲ ਹੋਰ ਵੀ ਬੀਬੀਆਂ ਨੇ ਅੰਮ੍ਰਿਤ ਛਕਿਆ ਤੇ ਫਿਰ ਦੂਜੇ ਦਿਨ ਗੁਰਮਤਿ ਅਨੁਸਾਰ ਆਨੰਦ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਹਿਲੇ ਇਹ ਧੂੜ ਕੋਟ ਮਰਿਆਦਾ ਕਰਨ ਦਾ ਪ੍ਰੋਗਰਾਮ ਸੀ। ਫਿਰ ਇਹ ਵਿਚਾਰ ਕੀਤਾ ਗਿਆ ਕਿ ਇਹ ਮਰਿਆਦਾ ਖੋਟੇ ਪਿੰਡ ਕੀਤੀ ਜਾਵੇ, ਕਿਉਂਕਿ ਉੱਥੇ ਨਾਮਧਾਰੀ ਪਰਿਵਾਰ ਜ਼ਿਆਦਾ ਸਨ ਤੇ ਇਹ ਪਹਿਲਾਂ ਹੀ ਪਤਾ ਸੀ ਕਿ ਬ੍ਰਾਹਮਣ ਜ਼ਰੂਰ ਇਸ ਦਾ ਵਿਰੋਧ ਕਰਨਗੇ ਤੇ ਉਹਨਾਂ ਦਾ ਸਾਹਮਣਾ ਕਰਨ ਵਾਸਤੇ ਤਤਪਰ ਰਹਿਣਾ ਜ਼ਰੂਰੀ ਸੀ। ਸੋ 2 ਜੂਨ 1863 ਮਾਲਵੇ ਦੇ ਪ੍ਰਸਿੱਧ ਨਗਰ ਖੋਟਾ ਵਿਖੇ ਇਹ ਮਰਿਆਦਾ ਹੋਈ। ਇਹ ਇਸ ਤਰ੍ਹਾਂ ਮਰਿਆਦਾ ਹੋਈ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਇੱਕ ਪਾਸੇ ਸਿੱਖਾਂ ਨੇ ਬੈਠ ਕੇ ਹਵਨ ਕੀਤਾ ਤੇ ਬੇਦੀ ਪਹਿਲਾਂ ਹੀ ਜੋ ਲੱਗੀ ਹੋਈ ਸੀ, ਇਹ ਹਵਨ ਉਸ ਦੇ ਅੰਦਰ ਕੀਤਾ ਗਿਆ ਤੇ ਤੀਸਰੇ ਪਾਸੇ ਲੜਕਾ ਤੇ ਲੜਕੀ ਨੂੰ ਅੰਮ੍ਰਿਤ ਛਕਾਇਆ ਗਿਆ। ਉਸ ਤੋਂ ਉਪਰੰਤ ਲੜਕਾ ਤੇ ਲੜਕੀ ਹਵਨ ਕੁੰਡ ਪਾਸ ਆ ਕੇ ਬੇਦੀ ਪਾਸ ਬੈਠ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜੋ ਸ੍ਰੀ ਗੁਰੂ ਰਾਮਦਾਸ ਜੀ ਨੇ ਉਚਾਰੀਆਂ ਹੋਈਆਂ ਲਾਵਾਂ ਹਨ ਉਹ ਪੜ੍ਹੀਆਂ ਗਈਆਂ। ਪਹਿਲੀ ਲਾਮ ਦੇ ਨਾਲ ਪਹਿਲਾ ਫੇਰਾ ਲੜਕਾ ਲੜਕੀ ਨੇ ਲਿਆ। ਇਸੇ ਤਰ੍ਹਾਂ ਹੀ 4 ਲਾਵਾਂ ਦੇ ਨਾਲ 4 ਫੇਰੇ ਲਏ ਗਏ। ਉਸ ਤੋਂ ਬਾਅਦ ਸਧਾਰਨ ਪਾਠ ਦਾ ਭੋਗ ਪਾਇਆ ਗਿਆ, ਅਰਦਾਸ ਕੀਤੀ ਗਈ ਤੇ ਪ੍ਰਸ਼ਾਦ ਵਰਤਾਇਆ ਗਿਆ ਤੇ ਉੱਥੋਂ ਹੀ ਲੜਕੀ ਆਪਣੇ ਪਤੀ ਦੇ ਨਾਲ ਉਸ ਦੇ ਘਰ ਚਲੀ ਗਈ। ਹੁਣ ਇਹ ਸਵਾਲ ਉੱਠਦੇ ਹਨ ਕਿ ਅਸੀਂ ਇਹ ਕਿਸ ਤਰ੍ਹਾਂ ਆਖ ਸਕਦੇ ਹਾਂ ਕਿ ਗੁਰਮਤਿ ਅਨੁਸਾਰ ਆਨੰਦ ਮਰਿਆਦਾ ਸਭ ਤੋਂ ਪਹਿਲਾਂ ਨਾਮਧਾਰੀ ਪੰਥ ਵਿੱਚ ਹੀ ਹੋਈ। ਮੈਂ ਕੁਝ ਪ੍ਰਮਾਣ ਆਪ ਦੇ ਸਾਹਮਣੇ ਰੱਖਦਾ ਹਾਂ। ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਮਰਿਆਦਾ ਕੀਤੀ ਤੇ ਬ੍ਰਾਹਮਣਾਂ ਨੂੰ ਬਹੁਤ ਤਕਲੀਫ ਹੋਈ, ਕਿਉਂਕਿ ਉਹਨਾਂ ਦੀ ਰੋਟੀ ਦਾ ਇਹ ਇੱਕ ਰਸਤਾ ਸੀ, ਉਪਜੀਵਕਾ ਦਾ ਇੱਕ ਰਸਤਾ ਸੀ ਜੋ ਖੋਹ ਲਿੱਤਾ ਗਿਆ ਤੇ ਉਹਨਾਂ ਨੇ ਆ ਕੇ ਵਿਰੋਧ ਕੀਤਾ ਤੇ ਆਖਣ ਲੱਗੇ ਕਿ ਅਸੀਂ ਤੁਹਾਡੇ ਸਿਰ ਚੜ੍ਹ ਕੇ ਹਵਨ ਵਿੱਚ ਸੜ ਕੇ ਮਰ ਜਾਵਾਂਗੇ। ਤੇ ਸਤਿਗੁਰੂ ਜੀ ਬਚਨ ਕੀਤਾ ਕਿ ਤੁਸੀਂ ਇੱਦਾਂ ਕਰੋ, ਅੱਗ ਦੇ ਵਿੱਚ ਛਾਲਾ ਮਾਰੋ, ਜੇ ਤੁਹਾਡੇ 'ਚੋਂ ਕੋਈ ਬਾਹਰ ਡਿੱਗਿਆ ਤਾਂ ਅਸੀਂ ਚੱਕ ਕੇ ਵਾਪਸ ਸਿੱਟਾਂਗੇ। ਬੜੀ ਉਹਨਾਂ ਨੇ ਖੱਪ ਪਾਈ, ਡਰਾਵੇ ਦਿੱਤੇ, ਪਰ ਉਹਨਾਂ ਦਾ ਕੋਈ ਡਰਾਵਾ ਕੰਮ ਨਾ ਕੀਤਾ ਤੇ ਨਾ ਹੀ ਉਹਨਾਂ ਦੀ ਕੋਈ ਪੇਸ਼ ਗਈ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਕੋਈ ਡਰਾਵੇ ਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਇੱਕ ਉੱਥੇ ਦਾ ਪਹਿਰੇਦਾਰ ਨਾਲ ਲੈ ਕੇ ਤੇ ਬ੍ਰਾਹਮਣਾਂ ਨੇ ਜਾ ਕੇ ਬਾਘੇ ਪੁਰਾਣੇ ਦੇ ਥਾਣੇ ਰਿਪੋਰਟ ਕਰ ਦਿੱਤੀ ਤੇ ਇਹ ਕਹਿ ਦਿੱਤਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅੰਗਰੇਜ਼ ਸਰਕਾਰ ਦੇ ਖਿਲਾਫ ਪ੍ਰਚਾਰ ਕਰਦੇ ਹਨ ਤੇ ਸਾਡੀ ਉਪਜੀਵਕਾ ਵੀ ਸਾਤੋਂ ਖੋਹ ਲਈ ਹੈ। ਸੋ ਸ੍ਰੀ ਸਤਿਗੁਰੂ ਜੀ ਨੂੰ ਬਾਘੇ ਪੁਰਾਣੇ ਥਾਣੇ ਸੱਦਿਆ ਗਿਆ। ਇੱਥੇ ਇੱਕ ਚੀਜ਼ ਮੈਂ ਪਹਿਲਾਂ ਸਪਸ਼ਟ ਕਰ ਦੇਣੀ ਚਾਹਾਂਗਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਆਪਣੇ ਅਦਾਰਿਆਂ ਨੂੰ ਹਦਾਇਤ ਕੀਤਾ ਗਿਆ ਹੋਇਆ ਸੀ ਕਿ ਸਤਿਗੁਰੂ ਜੀ ਦੇ ਉੱਪਰ ਤੇ ਨਾਮਧਾਰੀ
ਇਕੱਠ ਦੇ ਉੱਪਰ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾਵੇ। ਤਾਂ ਸੋ ਸਤਿਗੁਰੂ ਜੀ ਉੱਤੇ ਕੋਈ ਵੀ ਠੋਸ ਪ੍ਰਮਾਣ ਨਾ ਉਹਨਾਂ ਨੂੰ ਮਿਲਿਆ ਤੇ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਪੁਲਿਸ ਦੇ ਨਿਗਰਾਨੀ ਵਿੱਚ ਸ੍ਰੀ ਭੈਣੀ ਸਾਹਿਬ ਭੇਜ ਦਿੱਤਾ ਤੇ ਸ੍ਰੀ ਸਤਿਗੁਰੂ ਜੀ ਨੂੰ ਸ੍ਰੀ ਭੈਣੀ ਸਾਹਿਬ ਦੇ ਵਿੱਚ ਹਦੂਦਬੰਦ ਕਰ ਦਿੱਤਾ ਤੇ ਭੈਣੀ ਸਾਹਿਬ ਤੋਂ ਬਾਹਰ ਕਿਤੇ ਵੀ ਨਾ ਜਾਣ ਦੀ ਮਨਾਹੀ ਕਰ ਦਿੱਤੀ। ਤੇ ਸਤਿਗੁਰੂ ਜੀ 1863 ਤੋਂ ਲੈ ਕੇ 1867 ਤੱਕ ਸ੍ਰੀ ਭੈਣੀ ਸਾਹਿਬ ਤੋਂ ਬਾਹਰ ਨਹੀਂ ਜਾ ਸਕੇ। ਪਰ ਇਸ ਸਮੇਂ ਬਹੁਤ ਸਾਰੇ ਮਹੱਤਵਪੂਰਨ ਕੰਮ ਸਤਿਗੁਰੂ ਜੀ ਨੇ ਕੀਤੇ, ਉਹਨਾਂ ਬਾਰੇ ਮੈਂ ਫਿਰ ਆਪ ਜੀ ਦੇ ਸਾਹਮਣੇ ਅਰਜ਼ਾਂ ਕਰਾਂਗਾ। ਫਿਰ ਸਤਿਗੁਰੂ ਜੀ ਨੇ ਇਸੇ ਹੀ ਦੌਰਾਨ ਰੋਜ਼ ਚੱਲ ਕੇ 18 ਦਿਨ ਲੁਧਿਆਣੇ ਪੇਸ਼ੀ ਭੁਗਤੀ ਤੇ ਇਹ ਫੈਸਲਾ ਹੋਇਆ ਕਿ ਨਾਮਧਾਰੀ ਪੰਥ ਆਪਣੀ ਮਰਿਆਦਾ ਅਨੁਸਾਰ ਆਨੰਦ ਕਰ ਸਕਦੇ ਹਨ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਨਾਮਧਾਰੀ ਪੰਥ ਵਿੱਚ ਹੀ ਸਭ ਤੋਂ ਪਹਿਲਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਗੁਰਮਤਿ ਅਨੁਸਾਰ ਆਨੰਦ ਕੀਤਾ। ਜੇ ਹੋਰ ਕੋਈ ਕਰਦਾ ਤੇ ਬ੍ਰਾਹਮਣ ਜ਼ਰੂਰ ਉਹਨਾਂ ਦੀ ਮੁਖਾਲਫਤ ਕਰਦੇ, ਪਰ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੇ ਹੋਰ ਕਿਸੇ ਦੀ ਵੀ ਵਿਰੋਧਤਾ ਨਹੀਂ ਕੀਤੀ ਸਿਵਾਏ ਨਾਮਧਾਰੀ ਪੰਥ ਦੀ। ਇੱਕ ਹੋਰ ਗੱਲ ਦਾ ਵਿਚਾਰ ਇੱਥੇ ਆਪਾਂ ਕਰੀਏ ਕਿ ਗੁਰਮਤਿ ਦੇ ਅਨੁਸਾਰ ਆਨੰਦ ਮਰਿਆਦਾ ਵਿੱਚ ਲੜਕੀ ਤੇ ਲੜਕੇ ਨੂੰ ਪਹਿਲੇ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਹੀ ਸਭ ਤੋਂ ਪਹਿਲਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦਿੱਤੀ। ਸੋ ਇੱਥੋਂ ਵੀ ਪਤਾ ਲੱਗਦਾ ਹੈ ਕਿ ਆਨੰਦ ਦੀ ਮਰਿਆਦਾ ਸਭ ਤੋਂ ਪਹਿਲਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਆਰੰਭੀ। ਇੱਕ ਹੋਰ ਪ੍ਰਮਾਣ ਮੈਂ ਆਪ ਜੀ ਦੇ ਸਾਹਮਣੇ ਰੱਖਦਾ ਹਾਂ ਕਿ ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਬਾਰੇ ਕਿ ਜਹ ਸੁੰਦਰ ਬੇਦੀ ਰਚ ਰਾਖੀ, ਗਨ ਨਰ ਨਾਰ ਬਿਲੋਕਤ ਕਾਖੀ, ਸਾਦਰ ਸਗਰੇ ਦੀਨ ਬਿਲਾ ਬਿਠਾਵਨ, ਵਿਪਰ ਉਚਾਰਤ ਮੰਤਰ ਪਾਵਨ, ਪੂਜਤ ਨਵਗ੍ਰਹ ਗਣਪਤ ਪਾਸ, ਕਹਿ ਹੈ ਕਿਰਤ ਠਾਨ ਹੈ ਗੁਰਨਾਥ, ਪੁਨ ਬੇਦੀ ਮੋਹ ਰਾਖ ਹੁਤਾਸਨ, ਡਾਰਤ ਸਰਪੀ ਕੀਨ ਪ੍ਰਕਾਸ਼ਨ, ਤਬ ਦੁਲਹਨ ਨੇ ਨਿਕਟ ਬਿਠਾਈ, ਯਥਾ ਯੋਗ ਸਭ ਵਿਦ ਕਰਵਾਈ, ਬਾਰ ਬਾਰ ਫੇਰਨ ਸੰਗ ਫੇਰੇ, ਪਾਨ ਗ੍ਰਹਣ ਕੀਨੋ ਤਿਸ ਬੇਰੇ। ਸੋ ਇੱਥੋਂ ਇਹ ਗੱਲ ਦਾ ਤਾਂ ਜ਼ਰੂਰ ਪਤਾ ਲੱਗਦਾ ਹੈ ਕਿ ਇਹ ਸਾਰੀ ਦੀ ਸਾਰੀ ਜੋ ਵਿਆਹ ਦੀ ਰੀਤੀ ਸੀ ਇਹ ਬ੍ਰਾਹਮਣਾਂ ਨੇ ਹੀ ਕੀਤੀ। ਜਿਸ ਤਰ੍ਹਾਂ ਕਿ 9 ਗ੍ਰਹਿ ਤੇ ਗਣਪਤੀ ਦੀ ਪੂਜਾ ਕਰਨੀ ਤੇ ਮੰਤਰਾਂ ਦਾ ਉਚਾਰਨ ਕਰਨਾ, ਇੱਥੇ ਗੁਰਬਾਣੀ ਦਾ ਕੋਈ ਵੀ ਉਦਾਹਰਣ ਨਹੀਂ ਦਿੱਤਾ ਗਿਆ ਕਿ ਉੱਥੇ ਲਾਵਾਂ ਪੜੀਆਂ ਗਈਆਂ। ਸੋ ਇੱਥੋਂ ਵੀ ਪਤਾ ਇਹੀ ਲੱਗਦਾ ਹੈ ਕਿ ਵਿਵਾਹ ਦੀ ਜੋ ਰੀਤੀ ਹੈ ਗੁਰਮਤਿ ਅਨੁਸਾਰ ਉਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਆਰੰਭੀ। ਫਿਰ ਜਿਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਵਾਂ ਉਚਾਰੀਆਂ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਨਹੀਂ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਇਹ ਕਿਰਪਾ ਕੀਤੀ ਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗ੍ਰੰਥ ਸਾਹਿਬ ਦੀਆਂ ਜੋ ਬੀੜਾਂ ਸਨ ਉਹ ਛਪਾਈਆਂ। ਸੋ ਇੱਥੋਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੱਧੀ, ਉਸ ਸਮੇਂ ਕਿਤੇ ਕਿਤੇ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਸਿਰਫ ਕੋਈ ਖਾਸ ਜਗ੍ਹਾ ਦੇ, ਤੇ ਲੱਖਾਂ ਹੀ ਉਸ ਵੇਲੇ ਵਿਆਹ ਹੁੰਦੇ ਸਨ, ਆਨੰਦ ਹੁੰਦੇ ਸਨ। ਤੇ ਫਿਰ ਉਹ ਆਨੰਦ ਕਿਸ ਤਰ੍ਹਾਂ ਹੁੰਦੇ ਹੋਣਗੇ? ਕਿਉਂਕਿ ਜਿੱਦਾਂ ਅੱਜ ਕੱਲ੍ਹ ਦੀ ਮਰਿਆਦਾ ਪ੍ਰਚਲਿਤ ਹੈ ਕਿ ਸ੍ਰੀ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਫੇਰੇ ਉਸਰਾ ਲੜਕਾ ਲੜਕੀ ਲੈਂਦੇ ਹਨ, ਤੇ ਉਹ ਸਾਰੇ ਪੰਜਾਬ ਦੇ ਵਿੱਚ ਕਿਤੇ ਕਿਤੇ ਸਰੂਪ ਸੀ, ਤੇ ਉਹ ਮਰਿਆਦਾ ਕਿਸ ਤਰ੍ਹਾਂ ਹੋ ਸਕਦੀ ਸੀ? ਇੱਥੋਂ ਵੀ ਇਹ ਪਤਾ ਲੱਗਦਾ ਹੈ ਜੇ ਲੌਜੀਕਲੀ ਆਪਾਂ ਸੋਚੀਏ ਤੇ ਇਹ ਅਸੰਭਵ ਸੀ। ਇਟ ਵਾਜ਼ ਇੰਪੋਸੀਬਲ ਕਿ ਇਸ ਤਰ੍ਹਾਂ ਹੋ ਸਕੇ, ਕਿਉਂਕਿ ਲੱਖਾਂ ਦੇ ਉਸ ਵੇਲੇ ਆਨੰਦ ਹੋ ਰਹੇ ਸਨ। ਤਾਂ ਕਿਸ ਤਰ੍ਹਾਂ ਇਹ ਮੈਨੇਜਮੈਂਟ ਹੁੰਦੀ ਹੋਵੇਗੀ ਕਿ ਸਾਰੇ ਬੱਚੇ ਜਾ ਕੇ ਉੱਥੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਫੇਰੇ ਲੈਣ ਆਲੇ ਦੁਆਲੇ। ਸੋ ਇੱਥੋਂ ਵੀ ਇਹ ਪਤਾ ਲੱਗਦਾ ਹੈ ਕਿ ਉਸ ਵੇਲੇ ਇਸ ਤਰ੍ਹਾਂ ਦੀ ਮਰਿਆਦਾ ਪ੍ਰਚਲਿਤ ਨਹੀਂ ਸੀ, ਇਹ ਬਾਅਦ ਦੇ ਵਿੱਚ ਪ੍ਰਚਲਿਤ ਹੋਈ ਹੈ। ਸੋ ਸਭ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਮਰਿਆਦਾ ਆਰੰਭੀ। ਫਿਰ ਇੱਕ ਪ੍ਰਮਾਣ ਆਪ ਜੀ ਦੇ ਸਾਹਮਣੇ ਇੱਕ ਹੋਰ ਰੱਖਦਾ ਹਾਂ ਮੈਂ।
ਇਹ ਗੱਲ ਹੈ ਜਦੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਉਮਰ 20 ਜਾਂ 21 ਸਾਲ ਦੀ ਹੋਵੇਗੀ, ਜਾਣੀ ਕਿ 1908 ਦੀ ਇਹ ਗੱਲ ਹੈ। 30 ਅਕਤੂਬਰ 1908 ਵਾਇਸ ਰਾਏ ਦੀ ਕੌਂਸਲ ਵਿੱਚ ਇੱਕ ਮੀਟਿੰਗ ਹੋਈ ਉਸ ਸਮੇਂ, ਜਿਸ ਵਿੱਚ ਪਟਿਆਲਾ ਦਾ ਰਾਜਾ ਭੁਪਿੰਦਰ ਸਿੰਘ ਤੇ ਨਾਭੇ ਦਾ ਮਹਾਰਾਜਾ ਰਿਪੁਦਮਨ ਸਿੰਘ ਵੀ ਸਨ। ਤੇ ਉਸ ਮੀਟਿੰਗ ਵਿੱਚ ਸਿੱਖਾਂ ਦੇ ਵਿਵਾਹ ਬਾਰੇ, ਆਨੰਦ ਬਾਰੇ ਸਵਾਲ ਉੱਠਿਆ ਸੀ ਕਿ ਇਹ ਸਿੱਖਾਂ ਦੀ ਤਾਂ ਆਪਣੀ ਕੋਈ ਮਰਿਆਦਾ ਹੀ ਨਹੀਂ ਹੈ ਆਨੰਦ ਦੀ, ਇਹਨਾਂ ਦਾ ਵਿਆਹ ਤਾਂ ਪੰਡਤ ਕਰਦੇ ਹਨ। ਤਾਂ ਉਹਨਾਂ ਨੇ ਕੁਝ ਹੋਰ ਵੀ ਬੜੇ ਗਲਤ ਲਫ਼ਜ਼ ਵਰਤੇ। ਉਸ ਵੇਲੇ ਕਿਸੇ ਪਾਸ ਕੋਈ ਸਬੂਤ ਹੀ ਨਹੀਂ ਸੀ ਕਿ ਸਿੱਖਾਂ ਦੀ ਆਪਣੀ ਮਰਿਆਦਾ ਹੈ, ਕੋਈ ਸਬੂਤ ਕਿਸੇ ਪਾਸ ਹੈ ਹੀ ਨਹੀਂ ਸੀ। ਤਾਂ ਇਹਨਾਂ ਰਾਜਿਆਂ ਨੂੰ ਪਤਾ ਸੀ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਗੁਰਮਤਿ ਅਨੁਸਾਰ ਆਨੰਦ ਕੀਤਾ ਹੈ, ਤੇ ਉਸ ਸੰਬੰਧੀ ਸਬੂਤ ਪੇਸ਼ ਕਰਨ ਵਾਸਤੇ ਫਿਰ ਮਹਾਰਾਜਾ ਪਟਿਆਲਾ ਨੇ ਸੰਤ ਜਵਾਲਾ ਸਿੰਘ ਜੀ ਹਰਖੋਂ ਵਾਲਿਆਂ ਨੂੰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਸ ਭੇਜਿਆ, ਤੇ ਮਹਾਰਾਜ ਨਾਭੇ ਨੇ ਆਪਣਾ ਚੀਫ ਜਸਟਿਸ ਬਚਨ ਸਿੰਘ ਨੂੰ ਭੈਣੀ ਸਾਹਿਬ ਭੇਜਿਆ ਸਬੂਤ ਲੈਣ ਵਾਸਤੇ। ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਮਹਾਰਾਜਾ ਨਾਭੇ ਨੂੰ ਤਾਰ ਭੇਜੀ, ਤੇ ਸੰਤ ਜਵਾਲਾ ਸਿੰਘ ਜੀ ਚਿੱਠੀ ਲਿਖਵਾ ਕੇ ਲੈ ਗਏ। ਤਾਰ ਅਤੇ ਚਿੱਠੀ ਵਿੱਚ ਸਤਿਗੁਰੂ ਜੀ ਨੇ ਆਪਣੇ ਦਸਖਤ ਹੇਠ ਲਿਖਿਆ ਕਿ ਅਸੀਂ ਇਹ 70 ਸਾਲ ਤੋਂ ਆਨੰਦ ਮਰਿਆਦਾ ਕਰਦੇ ਆ ਰਹੇ ਹਾਂ। ਇਸ ਸਬੂਤ ਤੋਂ ਬਿਨਾਂ ਹੋਰ ਕਿਸੇ ਪਾਸ ਕੋਈ ਸਬੂਤ ਹੀ ਨਹੀਂ ਸੀ। ਸੋ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦਿੱਤੇ ਸਬੂਤਾਂ ਦੇ ਆਧਾਰ ਤੇ ਇਹ ਆਨੰਦ ਮਰਿਆਦਾ ਐਕਟ 1909 ਦੇ ਵਿੱਚ ਬਣਿਆ ਅਤੇ ਪਾਸ ਕੀਤਾ ਗਿਆ। ਹੁਣ ਬੇਸ਼ੱਕ ਕੋਈ ਜੋ ਚਾਹੇ ਕਹਿ ਸਕਦਾ ਹੈ, ਪਰ ਹਕੀਕਤ ਇਹੀ ਹੈ ਕਿ ਸਭ ਤੋਂ ਪਹਿਲਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਗੁਰਮਤਿ ਅਨੁਸਾਰ ਆਨੰਦ ਮਰਿਆਦਾ ਦੀ ਆਰੰਭਤਾ ਕੀਤੀ। ਹੁਣ ਆਪਾਂ ਕੁਝ ਰਸਮਾਂ ਜੋ ਆਨੰਦ ਵੇਲੇ ਕਰਦੇ ਹਾਂ ਉਹਨਾਂ ਦਾ ਭਾਵ ਦੇਖੀਏ, ਕਿਉਂਕਿ ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਕੀਤੇ ਜਾਂਦੇ ਹਨ। ਚਲੋ ਪਹਿਲਾਂ ਆਪਾਂ ਦੇਖੀਏ ਲਾਵਾਂ। ਜੋ ਲਾਵਾਂ ਹਨ ਇਹ ਸ੍ਰੀ ਗੁਰੂ ਰਾਮਦਾਸ ਜੀ ਨੇ ਉਚਾਰੀਆਂ, ਤੇ ਹਰ ਫੇਰੇ ਦੇ ਨਾਲ ਲਾਮ ਦਾ ਪਾਠ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ। ਪਹਿਲੀ ਲਾਮ ਤੇ ਪਹਿਲਾ ਫੇਰਾ, ਦੂਸਰੀ ਲਾਮ ਦੇ ਨਾਲ ਦੂਜਾ ਫੇਰਾ, ਤੀਜੀ ਲਾਮ ਦੇ ਨਾਲ ਤੀਜਾ ਫੇਰਾ, ਤੇ ਚੌਥੀ ਲਾਮ ਦੇ ਨਾਲ ਚੌਥਾ ਫੇਰਾ। ਇਹਨਾਂ ਲਾਵਾਂ ਦੇ ਵਿੱਚ ਸਤਿਗੁਰੂ ਜੀ ਨੇ ਬਹੁਤ ਹੀ ਗਿਆਨ ਬਖਸ਼ਿਆ ਹੈ। ਧਰਮ ਤੇ ਕਿਸ ਤਰ੍ਹਾਂ ਚੱਲਣਾ ਹੈ, ਕਿਸ ਤਰ੍ਹਾਂ ਆਪਣੇ ਗ੍ਰਸਤ ਮਾਰਗ ਦੇ ਉੱਪਰ ਚੱਲਣਾ ਹੈ, ਕਿਉਂਕਿ ਗ੍ਰਸਤ ਮਾਰਗ ਵੀ ਇੱਕ ਧਰਮ ਹੈ। ਤੇ ਫਿਰ ਅਕਾਲ ਪੁਰਖ ਨੂੰ ਕਿੱਦਾਂ ਯਾਦ ਕਰਨਾ ਹੈ, ਅਰਦਾਸ ਕਰਨੀ ਹੈ, ਕਿਸ ਤਰ੍ਹਾਂ ਪਾਪ ਤੋਂ ਮੁਕਤ ਹੋ ਜਾਣਾ ਹੈ, ਜੀਵਨ ਸਫਲਾ ਕਿਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਦਾ ਗਿਆਨ ਲਾਵਾਂ ਦੇ ਵਿੱਚ ਦਿੱਤਾ ਗਿਆ ਹੈ। ਲਾਮ ਦਾ ਇੱਕ ਮਤਲਬ ਰੱਸਾ ਵੀ ਹੈ, ਮੋਟਾ ਰੱਸਾ। ਪੰਜਾਬੀ ਦੇ ਵਿੱਚ ਲਾਮ ਇੱਕ ਮੋਟੇ ਰੱਸੇ ਨੂੰ ਕਹਿੰਦੇ ਹਨ, ਤੇ ਲੜਕਾ ਲੜਕੀ ਨੂੰ ਗ੍ਰਸਤ ਧਰਮ ਵਿੱਚ ਇਸ ਰੱਸੇ ਦੇ ਨਾਲ ਬੰਨ੍ਹਿਆ ਜਾਂਦਾ ਹੈ। ਤੇ ਇਹ ਬੰਧਨ ਉਦੋਂ ਤੱਕ ਨਹੀਂ ਟੁੱਟਦਾ ਜਦੋਂ ਇਹਨਾਂ ਦੇ ਵਿੱਚੋਂ ਇੱਕ ਜਣਾ ਅੱਗ ਦੇ ਵਿੱਚ ਨਹੀਂ ਪੈ ਜਾਂਦਾ, ਭਾਵ ਮਰ ਨਹੀਂ ਜਾਂਦਾ। ਇਹ ਜੋ ਡਿਵੋਰਸ ਦਾ ਸਿਸਟਮ ਹੈ ਇਹ ਵੈਸਟਰਨ ਸਿਸਟਮ ਹੈ ਜੋ ਇਸ ਵੇਲੇ ਸਾਰੀ ਦੁਨੀਆ ਤੇ ਫੈਲ ਗਿਆ ਹੈ। ਇਹ ਸਾਡੇ ਹਿੰਦੁਸਤਾਨੀਆਂ ਦਾ ਸਿਸਟਮ ਨਹੀਂ ਸੀ। ਇੱਕ ਹੋਰ ਸਵਾਲ ਉੱਠਦਾ ਹੈ ਕਿ ਅਸੀਂ ਅਗਨੀ ਦੇ ਆਲ ਦੁਆਲੇ ਫੇਰੇ ਕਿਉਂ ਲੈਂਦੇ ਹਾਂ। ਸਾਡੇ ਵੇਦਾਂ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜੋ ਅਗਨੀ ਨੂੰ ਦੇਵਤਾ ਮੰਨਿਆ ਗਿਆ ਹੈ, ਅਗਨੀ ਤੱਤ ਸਾਡੇ ਸਾਰਿਆਂ ਵਿੱਚ ਵੀ ਹੈ, ਜਿਸ ਕਰਕੇ ਜੋ ਵੀ ਅਸੀਂ ਖਾਂਦੇ ਹਾਂ ਸਾਡੇ ਅੰਦਰ ਹੀ ਅਗਨੀ ਉਸ ਨੂੰ ਸਾੜ ਦਿੰਦੀ ਹੈ। ਇਸ ਕਰਕੇ ਅਗਨੀ ਨੂੰ ਸ਼੍ਰੇਸ਼ਟ ਮੰਨਿਆ ਜਾਂਦਾ ਹੈ। ਅਤੇ ਜਦ ਪ੍ਰਾਣੀ ਦਾ ਅੰਤ ਹੁੰਦਾ ਹੈ, ਅਸੀਂ ਮਰਦੇ ਹਾਂ, ਉਦੋਂ ਵੀ ਸਾਡਾ ਮਿਲਾਪ ਇਸ ਅਗਨੀ ਦੇ ਨਾਲ ਹੀ ਹੁੰਦਾ ਹੈ ਤਾਂ ਸਾਡੀ ਗਤੀ ਹੁੰਦੀ ਹੈ। ਇਸ ਕਰਕੇ ਮੁੰਡੇ ਕੁੜੀ ਅਗਨੀ ਦੇਵ ਨੂੰ ਸਾਖਸ਼ੀ ਮੰਨ ਕੇ, ਉਸ ਨੂੰ ਵਿਟਨੈਸ ਬਣਾ ਕੇ ਉਸ ਦੀਆਂ ਪਰਿਕਰਮਾ ਕਰਦੇ ਹਨ, ਤੇ ਇਹ ਸੰਕਲਪ ਲੈਂਦੇ ਹਨ, ਕਸਮ ਲੈਂਦੇ ਹਨ ਕਿ ਹੇ ਅਗਨੀ ਦੇਵ, ਅਸੀਂ ਤੁਹਾਨੂੰ ਸਾਖਸ਼ੀ ਵਿਟਨੈਸ ਕਾ ਮੰਨ ਕੇ ਅਸੀਂ ਇਹ ਪ੍ਰਣ ਲੈਂਦੇ ਹਾਂ ਕਿ ਜਦ ਤੱਕ ਸਾਡੇ ਦੋਨਾਂ ਵਿੱਚੋਂ ਇੱਕ ਜਣਾ ਤੁਹਾਡੇ ਵਿੱਚ ਨਹੀਂ ਸਮਾ ਜਾਂਦਾ, ਉਦੋਂ ਤੱਕ ਅਸੀਂ ਇੱਕ ਦੂਸਰੇ ਤੋਂ ਜੁਦਾ ਨਹੀਂ ਹੋਵਾਂਗੇ। ਇਹ ਕਸਮ
ਉਹ ਲੈਂਦੇ ਹਨ। ਅੱਜ ਕੱਲ੍ਹ ਦੇ ਜਿਹੜੇ ਮਾਡਰਨ ਰਿਵਾਜ ਹਨ, ਮੈਂ ਉਹਨਾਂ ਦੇ ਉੱਪਰ ਟਿੱਕਾ ਟਿੱਪਣੀ ਨਹੀਂ ਕਰਨੀ, ਉਹ ਤਾਂ ਬਹੁਤ ਹੀ ਗਲਤ ਹਨ, ਪਰ ਇਹ ਸਾਡਾ ਪੁਰਾਤਨ ਮਰਿਆਦਾ ਇਹ ਸੀ। ਇੱਥੇ ਇੱਕ ਗੱਲ ਹੋਰ ਮੈਂ ਦੱਸਣਾ ਚਾਹਾਂਗਾ ਕਿ ਸਿੱਖ ਆਪਣੇ ਗੁਰੂ ਦੀਆਂ ਪਰਿਕਰਮਾ ਸਨਮੁਖ ਹੋ ਕੇ ਹੀ ਕਰਦਾ ਹੈ, ਜਾਣੀ ਕਿ ਸਤਿਗੁਰ ਦੇ ਅੱਗੇ ਹੀ ਉਹ ਫੇਰੇ ਲੈ ਸਕਦਾ ਹੈ। ਅਤੇ ਜੋ ਲੋਕ ਪਰਿਕਰਮਾ ਕਰਦੇ ਹਨ, ਜਿੱਦਾਂ ਗੁਰਦੁਆਰਿਆਂ ਦੇ ਪਿੱਛੇ ਆਲੇ ਦੁਆਲੇ ਜਾਂ ਹੋਰ ਧਾਰਮਿਕ ਅਸਥਾਨਾਂ ਦੇ ਆਲੇ ਦੁਆਲੇ, ਉਹ ਆਪਣੀ ਕੋਈ ਮਨੌਤੀ ਮਨਾਉਣ ਦੇ ਚੱਕਰ ਦੇ ਵਿੱਚ ਮਨਾਉਂਦੇ ਹਨ, ਪਰ ਮਰਿਆਦਾ ਦੇ ਵਿੱਚ ਨਹੀਂ ਹੈ। ਸ਼ਾਇਦ ਕੋਈ ਸ਼ਰਧਾਲੂ ਲੋਕ ਕੇ ਸਤਿਗੁਰੂ ਜੀ ਦੀ ਪਰਿਕਰਮਾ ਵੀ ਕਰਦਾ ਹੋਊਗਾ, ਪਰ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਸੁਣਿਆ ਹੈ, ਤੇ ਨਾ ਹੀ ਇਹ ਸੁਣਿਆ ਹੈ ਕਿ ਜੋ ਸਾਡੇ ਗੁਰੂ ਸਾਹਿਬਾਨ ਹੋਏ ਹਨ, ਉਹਨਾਂ ਨੇ ਕਦੀ ਵੀ ਇਸ ਚੀਜ਼ ਨੂੰ ਸਵੀਕਾਰ ਕੀਤਾ ਕਿ ਜਿਹੜਾ ਵਿਆਹ ਕਰਾਉਣ ਵਾਸਤੇ ਜਿਹੜੇ ਲੜਕਾ ਲੜਕੀ ਆਏ ਹਨ, ਉਹ ਉਹਨਾਂ ਦੇ ਆਲੇ ਦੁਆਲੇ ਫੇਰੇ ਲੈਣ। ਇਹ ਅੱਜ ਤੱਕ ਕਿਤੇ ਮਰਿਆਦਾ ਦੇ ਵਿੱਚ ਨਹੀਂ ਆਇਆ, ਅਤੇ ਜ਼ਿੰਦਾ ਗੁਰੂ ਵੀ ਕਦੇ ਵੀ ਇਹ ਕਬੂਲ ਨਹੀਂ ਕਰੇਗਾ ਕਿ ਕੋਈ ਸਿੱਖ ਉਹਨਾਂ ਦੇ ਫੇਰੇ ਲਵੇ। ਸਿਰਫ ਗੁਰੂ ਦੀ ਚਰਨ ਵੰਦਨਾ ਹੀ ਉਚਿਤ ਠੀਕ ਸਮਝੀ ਜਾਂਦੀ ਹੈ। ਬੇਦੀ ਦੇ 4 ਪੈਰ ਹੁੰਦੇ ਹਨ। ਹੁਣ ਇੱਧਰ ਆਪਾਂ ਆਉਂਦੇ ਹਾਂ ਬੇਦੀ ਬਾਰੇ। ਬੇਦੀ ਦੇ 4 ਪੈਰ ਹੁੰਦੇ ਹਨ, ਜਾਣੀ ਕਿ 4 ਵੇਦ ਇਸ ਆਨੰਦ ਦੇ ਸਾਖੀ ਵਿਟਨੈਸ ਬਣਦੇ ਹਨ। 4 ਵੇਦ, ਇਹ ਜੋ ਮਰਿਆਦਾ ਹੈ ਨਾ ਬੇਦੀ ਦੀ, ਇਹ ਬਹੁਤ ਹੀ ਪੁਰਾਣੀ ਹੈ। ਗੁਰਬਾਣੀ ਵਿੱਚ ਵੀ ਬੇਦੀ ਦੇ ਸੰਕੇਤ ਆਉਂਦੇ ਹਨ ਕਿ ਨਾਭ ਕਵਲ ਮਹਿ ਬੇਦੀ ਰਚ ਲੈ, ਬ੍ਰਹਮ ਗਿਆਨ ਉਚਾਰਾ। ਇਹ ਜੋ 4 ਦਾ ਵਿਸਥਾਰ ਹੈ ਨਾ, ਇਹ ਬਹੁਤ ਵੱਡਾ ਹੈ। ਸਾਡੀਆਂ 4 ਹੀ ਲਾਵਾਂ ਹਨ, ਸਾਡੀ ਜ਼ਿੰਦਗੀ ਦੀਆਂ 4 ਹੀ ਅਵਸਥਾ ਹਨ, 84 ਲੱਖ ਜੂਨਾਂ ਦੀ ਵੀ 4 ਹੀ ਹਿੱਸੇ ਹਨ, ਗਿਆਨ ਦੀਆਂ ਵੀ 4 ਹੀ ਅਵਸਥਾ ਹਨ, 4 ਹੀ ਧਿਆਨ ਹਨ, 4 ਹੀ ਰੁੱਤਾਂ ਹਨ, ਤੇ ਇਹ 4 ਹੀ ਜਿਹੜੇ ਪਦਾਰਥ ਹਨ, ਅਸੀਂ ਅਕਾਲ ਪੁਰਖੋਂ ਮੰਗਦੇ ਹਾਂ ਕਿ 4 ਪਦਾਰਥ ਜੇ ਕੋਈ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। 4 ਪਦਾਰਥ, ਜਾਣੀ ਕਿ ਇਹ 4 ਦਾ ਵਿਸਥਾਰ ਬਹੁਤ ਹੈ। ਸੋ ਅਸੀਂ ਇਹ ਜੋ ਬੇਦੀ ਰੱਖਦੇ ਹਾਂ ਜਾਂ ਬੇਦੀ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਹੈ, ਇਹ ਬਹੁਤ ਪੁਰਾਣਕ ਮਰਿਆਦਾ ਹੈ ਜੋ ਚੱਲੀ ਆ ਰਹੀ ਹੈ। ਹੁਣ ਇੱਕ ਸਵਾਲ, ਬਹੁਤ ਸਾਰੇ ਲੋਕ ਇਹ ਸਵਾਲ ਉਠਾਉਂਦੇ ਹਨ, ਮੇਰੇ ਪਾਸੋਂ ਵੀ ਇਹ ਪੁੱਛਿਆ ਗਿਆ ਹੈ ਕਿ ਜਿਹੜੇ ਨਾਮਧਾਰੀ ਆਨੰਦ ਹੁੰਦੇ ਹਨ, ਉਹਦੇ ਵਿੱਚ ਜਿਹੜੇ ਫੇਰੇ ਹਨ ਨਾ, ਉਹ ਸੱਜੇ ਪਾਸੇ ਨੂੰ ਹੁੰਦੇ ਹਨ, ਖੱਬੇ ਪਾਸੇ ਨੂੰ ਨਹੀਂ। ਤੇ ਇਸ ਦਾ ਸਵਾਲ ਕੀਤਾ ਗਿਆ ਕਿ ਕਿਉਂ, ਜਦ ਬਾਕੀ ਦੇ ਹਿੰਦੂ ਰੀਤੀ ਦੇ ਨਾਲ ਵੀ ਖੱਬੇ ਪਾਸੇ ਨੂੰ ਹੀ ਫੇਰੇ ਹੁੰਦੇ ਹਨ, ਤੇ ਅੱਜ ਕੱਲ੍ਹ ਸਾਡੇ ਹੋਰ ਵੀਰ ਜਿਹੜੇ ਹਨ ਉਹ ਵੀ ਉੱਧਰ ਨੂੰ ਹੀ ਫੇਰੇ ਕਰਦੇ ਹਨ, ਤਾਂ ਅਸੀਂ ਸੱਜੇ ਪਾਸੇ ਨੂੰ ਕਿਉਂ ਕਰਦੇ ਹਾਂ? ਇਹਦੇ ਕੁਝ ਉਦਾਹਰਣ ਵਜੋਂ ਮੈਂ ਆਪ ਜੀ ਦੇ ਸਾਹਮਣੇ ਅਰਜ਼ਾਂ ਕਰਾਂਗਾ। ਅਸੀਂ ਜਦੋਂ ਦਸਤਾਰ ਸਜਾਉਂਦੇ ਹਾਂ ਨਾ, ਤਾਂ ਸਾਡਾ ਸੱਜਾ ਪੇਜ ਖੱਬੇ ਨੂੰ ਅਸੀਂ ਵੱਲਦੇ ਹਾਂ। ਜਿਹੜਾ ਆਪਣਾ ਸੱਜਾ ਪੇਚ ਹੁੰਦਾ ਹੈ ਨਾ, ਉਹ ਖੱਬੇ ਨੂੰ ਵੱਲਦੇ ਹਾਂ। ਤੇ ਜੇ ਖੱਬਾ ਪੇਚ ਉੱਪਰ ਹੋਵੇ ਤਾਂ ਉਸ ਦਸਤਾਰ ਨੂੰ ਖੱਬੀ ਪੱਗ ਆਖਦੇ ਹਾਂ। ਵਿਦਵਾਨਾਂ ਨੇ ਸੱਜਾ ਅੰਗ ਉੱਪਰਲਾ ਤੇ ਖੱਬਾ ਅੰਗ ਹੇਠਲਾ ਮੰਨਿਆ ਹੈ। ਯੋਧਾ ਵੀ ਜਿਹੜਾ ਸੂਰਵੀਰ ਹੁੰਦਾ ਹੈ, ਰਣ ਭੂਮੀ ਦੇ ਵਿੱਚ ਜਦੋਂ ਸ਼ਤਰੂ ਨੂੰ ਤਲਵਾਰ ਨਾਲ ਸੱਜਾ ਅੰਗ ਪੈਰ ਅੱਗੇ ਰੱਖ ਕੇ ਹੀ ਉਸ ਦੇ ਉੱਪਰ ਹਮਲਾ ਕਰਦਾ ਹੈ, ਤਾਂ ਕਿ ਉਸ ਦਾ ਪੂਰਾ ਜ਼ੋਰ ਲੱਗ ਜਾਵੇ। ਇਹ ਤੁਸੀਂ ਆਪ ਵੀ ਅਜ਼ਮਾ ਕੇ ਦੇਖ ਲੈਣਾ, ਕਿਉਂਕਿ ਜਦੋਂ ਜਿਹੜੇ ਤਲਵਾਰ ਦੇ ਨਾਲ ਲੜਦੇ ਹਨ ਨਾ, ਉਹ ਸੱਜਾ ਪੈਰ ਹੀ ਅੱਗੇ ਰੱਖ ਕੇ ਫਿਰ ਹੀ ਹਮਲਾ ਕਰਦੇ ਹਨ, ਨਹੀਂ ਤਾਂ ਜ਼ੋਰ ਹੀ ਨਹੀਂ ਪੈਂਦਾ। ਗੁਰਮਰਿਆਦਾ ਵਿੱਚ ਪੁਰਖ ਹੀ ਅੱਗੇ ਹੋ ਕੇ ਫੇਰੇ ਲੈਂਦੇ ਹਨ। ਇਸ ਤਰ੍ਹਾਂ ਵੀ ਬਜ਼ੁਰਗਾਂ ਪਾਸੋਂ ਸਰਵਣ ਕੀਤਾ ਹੈ ਕਿ ਆਦਮੀ ਦੀ ਜਗ੍ਹਾ ਸੱਜੇ ਪਾਸੇ ਹੈ ਤੇ ਪਤਨੀ ਦੀ ਜਗ੍ਹਾ ਖੱਬੇ ਪਾਸੇ ਹੈ। ਸੱਜੇ ਪਾਸੇ ਭੈਣ ਬੈਠਦੀ ਹੈ ਤੇ ਮਾਤਾ ਬੈਠਦੀ ਹੈ। ਇਸ ਬਾਰੇ ਇੱਕ ਸਾਖੀ ਮੈਂ ਆਪ ਜੀ ਦੇ ਮੂਹਰੇ ਰੱਖਦਾ ਹਾਂ ਕਿ ਇੱਕ ਵਾਰ ਪਾਰਵਤੀ ਜੀ ਨੇ ਸ੍ਰੀ ਰਾਮਚੰਦਰ ਜੀ ਦੀ ਪ੍ਰੀਖਿਆ ਲੈਣ ਵਾਸਤੇ, ਜਦੋਂ ਸ੍ਰੀ ਰਾਮਚੰਦਰ ਜੀ ਸੀਤਾ ਦੀ ਭਾਲ ਕਰ ਰਹੇ ਸਨ, ਇਹ ਦੇਖਣ ਵਾਸਤੇ ਕਿ ਇਹ ਸੱਚਮੁੱਚ ਵਿਸ਼ਨੂੰ ਦਾ ਅਵਤਾਰ ਹਨ, ਤੇ ਸੀਤਾ ਦਾ ਰੂਪ ਧਾਰ ਕੇ ਸ੍ਰੀ ਰਾਮਚੰਦਰ ਜੀ ਦੇ ਸਾਹਮਣੇ ਆ ਗਈ। ਤਾਂ ਸ੍ਰੀ ਰਾਮ ਜੀ ਨੂੰ ਕੌਣ ਭੁਲਾਉਣ ਵਾਲਾ ਸੀ, ਉਹਨਾਂ ਨੇ ਪਛਾਣ ਲਿਆ ਤੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ। ਪਾਰਵਤੀ ਜੀ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ, ਤੇ ਜਦੋਂ ਵਾਪਸ ਸ੍ਰੀ ਸ਼ਿਵ ਜੀ ਦੇ ਪਾਸ ਗਏ
ਤਾਂ ਉਹਨਾਂ ਨੇ ਆਖਿਆ ਕਿ ਤੁਸੀਂ ਅੱਜ ਮੇਰੀ ਮਾਤਾ ਦਾ ਰੂਪ ਧਾਰਿਆ ਹੈ, ਸੋ ਹੁਣ ਤੁਸੀਂ ਪਤਨੀ ਦੀ ਜਗ੍ਹਾ ਤੇ ਨਹੀਂ ਬੈਠ ਸਕਦੇ, ਹੁਣ ਤੁਸੀਂ ਮੇਰੇ ਸੱਜੇ ਪਾਸੇ ਬੈਠੋ, ਕਿਉਂਕਿ ਇਹ ਮਾਤਾ ਦਾ ਸਥਾਨ ਹੈ। ਫਿਰ ਮਾਤਾ ਪਾਰਵਤੀ ਨੇ ਭੁੱਲ ਬਖਸ਼ਾਈ ਤੇ ਫਿਰ ਜਾ ਕੇ ਖੱਬੇ ਪਾਸੇ ਉਹ ਸ਼ਿਵ ਜੀ ਦੇ ਬੈਠੇ। ਇੱਥੋਂ ਵੀ ਇਹ ਪਤਾ ਲੱਗਦਾ ਹੈ ਕਿ ਧਰਮ ਪਤਨੀ ਦੀ ਜਗ੍ਹਾ ਖੱਬੇ ਪਾਸੇ ਹੈ, ਸੋ ਇਸਤਰੀ ਪਤੀ ਦੇ ਪਿੱਛੇ ਜਾਂਦੀ ਹੈ, ਉਸ ਤੋਂ ਅੱਗੇ ਨਹੀਂ। ਸੋ ਮੇਰੇ ਵਿਚਾਰ ਨਾਲ ਇਸ ਕਰਕੇ ਫੇਰੇ ਸੱਜੇ ਪਾਸੇ ਨੂੰ ਹੁੰਦੇ ਹਨ। ਹੁਣ ਆਪਾਂ ਇਹ ਦੇਖੀਏ ਕਿ ਸਤਿਗੁਰੂ ਜੀ ਨੂੰ ਆਨੰਦ ਮਰਿਆਦਾ ਕਿਉਂ ਪ੍ਰਚਲਿਤ ਕਰਨੀ ਪਈ ਤੇ ਕਿਹੜੀਆਂ ਉਸ ਦੇ ਵਿੱਚੋਂ ਕੁਰੀਤੀਆਂ ਕੱਢੀਆਂ। ਜੋ ਬ੍ਰਾਹਮਣ ਸਨ ਉਹਨਾਂ ਨੇ ਆਨੰਦ ਕਰਵਾਉਣਾ ਇੱਕ ਆਪਣੀ ਉਪਜੀਵਕਾ ਦਾ ਰਸਤਾ ਬਣਾਇਆ ਹੋਇਆ ਸੀ ਤੇ ਮਨ ਮਰਜ਼ੀ ਦੀ ਦਸ਼ਨਾ ਮੰਗਦੇ ਸਨ, ਪੈਸੇ ਲੈਂਦੇ ਸਨ, ਜਿਸ ਕਰਕੇ ਗਰੀਬ ਲੋਕ ਇਸ ਤੋਂ ਬਹੁਤ ਤੰਗ ਸਨ, ਕਿਉਂਕਿ ਕਈ ਤਰ੍ਹਾਂ ਦੇ ਸਗਨ ਤੇ ਭੇਟਾਵਾਂ ਦੇ ਤਰੀਕੇ ਉਹਨਾਂ ਨੇ ਬਣਾ ਰੱਖੇ ਸਨ। ਜਿਸ ਤਰ੍ਹਾਂ ਕਿ ਕਿਸੇ ਨੇ ਲਿਖਿਆ ਹੈ ਨਾ ਕਿ ਰਾਹੂ ਕੇਤੂ ਹੈ बैल हमारा, राहु केतु है बैल हमारा, 60 सती है खेती, पतरी हमारी बड़ी शिकारन, पतरी हमारी बड़ी शिकारन, मार लियावे छेती। लोकां नूं राहु केतु ते 60 सती दे गलत भरमां विच पा के लोकां नूं डरा के बहुतां इस तरह लुट लेंदे ते बाकी जो कसर रह जांदी उन्हां दी जो पतरी है ਉਸ ਦੇ ਉੱਪਰ ਹਿਸਾਬ ਕਿਤਾਬ ਕਰਕੇ ਉਹ ਲੁੱਟ ਲੈਂਦੇ। ਬੇਸ਼ੱਕ ਆਨੰਦ ਦੀ ਮਰਿਆਦਾ ਹੁਣ ਅਸੀਂ ਆਪਣੀ ਗੁਰਮਤਿ ਦੇ ਹਿਸਾਬ ਦੇ ਨਾਲ ਕਰਦੇ ਹਾਂ, ਪਰ ਹਾਲੇ ਵੀ ਅਸੀਂ ਜੋ ਕੰਮ ਕਰਦੇ ਹਾਂ ਨਾ ਉਹ ਅਸੀਂ ਇਹ ਪਾਂਡੇ ਪੰਡਤਾਂ ਪਾਸੋਂ ਪੁੱਛ ਕੇ ਹੀ ਕਰਦੇ ਹਾਂ, ਜੋ ਬਹੁਤ ਹੀ ਗਲਤ ਹੈ। ਤੇ ਇਸ ਕਰਕੇ ਜੋ ਗਰੀਬ ਮਾਂ-ਬਾਪ ਸਨ ਉਹਨਾਂ ਵਾਸਤੇ ਬੜੀ ਮੁਸ਼ਕਿਲ ਪੈਂਦੀ ਸੀ। ਉਹਨਾਂ ਨੂੰ ਕਰਜ਼ੇ ਲੈ ਲੈ ਕੇ ਇਹ ਜਿਹੜੀਆਂ ਰਸਮਾਂ ਸਨ ਜੋ ਪੰਡਤ ਦੱਸਦੇ ਸਨ ਉਹ ਪੂਰੀਆਂ ਕਰਨੀਆਂ ਪੈਂਦੀਆਂ ਸਨ। ਤਾਂ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਇਹ ਸਾਰੀਆਂ ਜਿਹੜੀਆਂ ਕੁਰੀਤੀਆਂ ਤਾਂ ਭੈਣੀਆਂ ਰਸਮਾਂ ਨੂੰ ਸਾਡੇ ਵਿੱਚੋਂ ਕੱਢਿਆ ਤੇ ਸਾਨੂੰ ਰੋਕਿਆ। ਜਿੱਦਾਂ ਕਿ ਨਾਮਧਾਰੀ ਆਨੰਦ ਨੂੰ ਲੈ ਲਓ, ਨਾਮਧਾਰੀ ਆਨੰਦ ਸਿਰਫ ₹1.25 ਦੇ ਨਾਲ ਹੁੰਦਾ ਹੈ। ਹੁਣ ਵੀ ਜਾ ਕੇ ਸ੍ਰੀ ਭੈਣੀ ਸਾਹਿਬ ਜਦੋਂ ਮਰਜੀ ਦੇਖ ਲਓ, ਜੋ ਨਾਮਧਾਰੀ ਆਨੰਦ ਹੈ ਉਹ ਸਿਰਫ ₹1.25 ਦੇ ਨਾਲ ਹੁੰਦਾ ਹੈ। ਹੋਰ ਦੇਖੀਏ ਅਸੀਂ ਜਿਹੜੀਆਂ ਗਲਤ ਕੁਰੀਤੀਆਂ ਹੋ ਰਹੀਆਂ ਹਨ ਨਾਮਧਾਰੀ ਮਰਿਆਦਾ ਅਨੁਸਾਰ। ਫਿਰ ਆਨੰਦ ਤੋਂ ਬਾਅਦ ਲੜਕੀ ਸਿੱਧਾ ਹੀ ਆਪਣੇ ਪਤੀ ਦੇ ਨਾਲ ਉਸਦੇ ਘਰ ਚਲੀ ਜਾਂਦੀ ਹੈ। ਡੋਲੀ ਦੀ ਕੋਈ ਮਰਿਆਦਾ ਨਹੀਂ। ਦੇਖਿਆ ਜਾਵੇ ਤੇ ਇਹ ਵੀ ਇੱਕ ਫਜ਼ੂਲ ਖਰਚਾ ਹੈ, ਲੜਕੀ ਦੇ ਮਾਤਾ ਪਿਤਾ ਤੇ ਪਾਇਆ ਜਾਂਦਾ ਹੈ। ਇਸ ਦਾ ਕੱਖ ਫਾਇਦਾ ਨਹੀਂ ਹੈ। ਹਾਂ, ਇਹ ਜ਼ਰੂਰ ਹੁੰਦਾ ਹੈ ਕਿ ਉਸ ਸਮੇਂ ਤੇ ਦੁਨੀਆ ਦੇ ਸਾਹਮਣੇ ਨਹੀਂ, ਦੁਨੀਆ ਤੋਂ ਥੋੜ੍ਹਾ ਬਹੁਤ ਲੁਕ ਕੇ ਉਸ ਵੇਲੇ ਜਿਹੜਾ ਦਾਜ ਹੈ ਉਹ ਚੱਕਣਾ ਹੁੰਦਾ ਹੈ, ਉਹ ਦਾਜ ਇਕੱਠਾ ਕਰਨਾ ਹੁੰਦਾ ਹੈ। ਉਸ ਵਾਸਤੇ ਉਹ ਸੂਟਕੇਸ ਲੈ ਕੇ ਜਾਂਦੇ ਹਨ। ਜਦੋਂ ਕੁੜੀ ਨੂੰ ਲੈਣ ਜਾਂਦੇ ਹਨ ਨਾਲ ਸੂਟਕੇਸ ਲੈ ਕੇ ਜਾਂਦੇ ਹਨ, ਨਾਲ ਪਿਕਅਪਾਂ ਲੈ ਕੇ ਜਾਂਦੇ ਹਨ ਕਿ ਉਹ ਜਿਹੜੇ ਸੂਟਕੇਸ ਭਰ ਕੇ ਉਹ ਫਿਰ ਪਿਕਅਪਾਂ ਦੇ ਵਿੱਚ ਰੱਖਣੇ ਹਨ। ਸਾਨੂੰ ਨਾਮਧਾਰੀ ਸੰਸਥਾ ਨੂੰ ਇਸ ਦੀ ਸਖਤ ਮਨਾਹੀ ਹੈ ਤੇ ਜੇ ਕੋਈ ਨਾਮਧਾਰੀ ਇਸ ਤਰ੍ਹਾਂ ਦਾ ਕੁਝ ਕਰਦਾ ਹੈ ਤਾਂ ਮੈਂ ਉਹਨਾਂ ਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿਣਾ ਹਾਂ ਕਿ ਉਹ ਸਤਿਗੁਰੂ ਜੀ ਦੇ ਹੁਕਮਾਂ ਤੋਂ ਵਰਖਿਲਾਫ ਜਾ ਰਿਹਾ ਹੈ ਤਾਂ ਉਸ ਦੇ ਵਿੱਚ ਸਤਿਗੁਰੂ ਜੀ ਦੀ ਨਾਰਾਜ਼ਗੀ ਹੀ ਮਿਲੇਗੀ। ਫਿਰ ਨਾਮਧਾਰੀ ਮਰਿਆਦਾ ਅਨੁਸਾਰ ਆਨੰਦ ਵੇਲੇ ਜਾਂ ਆਨੰਦ ਵਾਲੇ ਦਿਨ ਬਸਤਰ ਜੋ ਲੜਕੀ ਦੇ ਹਨ ਨਾ ਉਹ ਵੀ ਲੜਕੇ ਦੇ ਪਰਿਵਾਰ ਵੱਲੋਂ ਦਿੱਤੇ ਜਾਂਦੇ ਹਨ। ਦੁਨੀਆ ਵਿੱਚ ਖਾਸ ਤੌਰ ਤੇ ਹਿੰਦੁਸਤਾਨ ਵਿੱਚ ਹਾਲੇ ਵੀ ਦਾਜ ਦੇ ਭੁੱਖੇ ਭਿਖਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਮੰਗ ਲੈਂਦੇ ਹਨ। ਬੇਸ਼ੱਕ ਇਹ ਗੈਰ ਕਾਨੂੰਨੀ ਹੈ ਇਸ ਵੇਲੇ, ਫਿਰ ਵੀ ਲੋਕ ਨਹੀਂ ਟਲਦੇ ਤੇ ਜੇ ਸਾਹਮਣੇ ਨਹੀਂ ਮੰਗਦੇ ਤੇ ਫਿਰ ਆਨੰਦ ਤੋਂ ਬਾਅਦ ਕੁੜੀ ਨੂੰ ਤੰਗ ਕਰਦੇ ਹਨ ਕਿ ਫਲਾਨੀ ਚੀਜ਼ ਆਪਣੇ ਘਰੋਂ ਲੈ ਕੇ ਆ, ਤੇ ਨਹੀਂ ਲੈ ਕੇ ਆਉਂਦੀ ਤਾਂ ਉਸ ਨੂੰ ਤਸੀਹੇ ਦਿੰਦੇ ਹਨ ਤੇ ਕਈ ਵਾਰ ਕਈਆਂ ਨੂੰ ਕਿਸੇ ਤਰੀਕੇ ਦੇ ਨਾਲ ਮਾਰ ਵੀ ਦਿੰਦੇ ਹਨ। ਤੁਸੀਂ ਹਰ ਰੋਜ਼ ਇਦਾਂ ਦੀਆਂ ਖਬਰਾਂ ਪੜ੍ਹਦੇ ਹੋ ਪੇਪਰਾਂ ਦੇ ਵਿੱਚੋਂ। ਹਾਲੇ ਵੀ ਸਾਡੇ ਕਈ ਧੀਆਂ ਇਸ ਦਾਜ ਦੇ ਲੋਭੀਆਂ ਦੀ ਲੋਭ ਦੀ ਅੱਗ ਦੇ ਵਿੱਚ ਸੜਦੀਆਂ ਹਨ। ਆਪ ਸੋਚ ਸਕਦੇ ਹੋ ਕਿ ਇਸ ਸਭ ਵਿੱਚ ਗਰੀਬ ਮਾਂ-ਬਾਪ ਦੀ ਕੀ ਹਾਲਤ ਹੁੰਦੀ ਹੋਵੇਗੀ। ਸਤਿਗੁਰੂ ਜੀ ਨੇ ਇਸੇ ਵਾਸਤੇ ਇਸ ਦੀ ਮਨਾਹੀ ਕੀਤੀ ਹੈ। ਫਿਰ ਇੱਕ ਹੋਰ ਰਸਮ ਹੈ ਜਿਸ ਦੀ ਸਾਨੂੰ ਮਨਾਹੀ ਕੀਤੀ ਗਈ ਹੈ, ਉਹ ਹੈ ਨਾਨਕੀ ਸ਼ੱਕ। ਇਸ ਰਸਮ ਵਿੱਚ ਉਹ ਅਪਸ਼ਬਦ ਵਰਤੇ ਜਾਂਦੇ ਹਨ ਕਿ ਜੇ ਕਦੇ ਅਸੀਂ ਆਮ ਤੌਰ ਤੇ ਉਹ ਵਰਤੇ ਜਾਣ
ਤੇ ਲੜਾਈ ਜ਼ਰੂਰ ਹੋ ਜਾਏ। ਤੇ ਇੰਨੇ ਬੇਇੱਜ਼ਤੀ ਵਾਲੇ ਸ਼ਬਦਾਂ ਦੇ ਗੀਤ ਉਹਨਾਂ ਬਜ਼ੁਰਗਾਂ ਦੇ ਸਾਹਮਣੇ ਗਾਏ ਜਾਂਦੇ ਹਨ ਜਿਨ੍ਹਾਂ ਪਾਸੋਂ ਅਸੀਂ ਆਸ਼ੀਰਵਾਦ ਲੈਂਦੇ ਹਾਂ। ਪਤਾ ਨਹੀਂ ਉਸ ਸਮੇਂ ਮਾਈਆਂ ਦੀ ਪਤਾ ਨਹੀਂ ਮੱਤ ਤੇ ਪਰਦਾ ਪੈ ਜਾਂਦਾ ਹੈ ਕਿ ਉਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਹ ਕਿਸ ਦੇ ਅੱਗੇ ਇੱਦਾਂ ਦੇ ਗੀਤ ਗਾ ਰਹੀਆਂ ਹਨ। ਔਰ ਹੈਰਾਨੀ ਦੀ ਗੱਲ ਹੈ ਤਾਂ ਬੜੇ ਸਾਰੇ ਪਿਆਰ ਦੇ ਨਾਲ ਸੁਣਦੇ ਹਨ, ਬਜ਼ੁਰਗ ਵੀ ਹੱਸਦੇ ਰਹਿੰਦੇ ਹਨ ਤਾਂ ਸਾਰੇ ਉਸ ਦੇ ਅੰਦਰ ਬੜਾ ਹੱਸਦੇ ਰਹਿੰਦੇ ਹਨ ਕਿ ਇੰਨਾ ਬੇਇੱਜ਼ਤੀ ਕਰਾਉਣ ਦੇ ਵਿੱਚ ਮੈਨੂੰ ਨਹੀਂ ਸਮਝ ਅੱਜ ਤੱਕ ਪਈ ਕਿ ਉਹਦੇ ਵਿੱਚ ਕਿਹੜੀ ਇੱਦਾਂ ਦੀ ਰਸਮ ਹੈ ਜਿਹੜੀ ਅਸੀਂ ਪੂਰੀ ਕਰ ਰਹੇ ਹਾਂ, ਜਿਹੜੀ ਸਾਡੇ ਲੜਕਾ ਜਾਂ ਲੜਕੀ ਦੇ ਅੱਗੇ ਜਾ ਕੇ ਉਹਨਾਂ ਦੀ ਜ਼ਿੰਦਗੀ ਸੋਹਣੀ ਕਰੇਗੀ। ਮੈਨੂੰ ਅੱਜ ਤੱਕ ਇਸ ਦੀ ਸਮਝ ਨਹੀਂ ਪਈ ਕਿ ਕਿਉਂ ਕਰਦੇ ਹਾਂ ਅਸੀਂ ਇੱਦਾਂ ਦੀਆਂ ਰਸਮਾਂ। ਫਿਰ ਉਸੇ ਦੇ ਵਿੱਚ ਹੀ ਇੱਕ ਰਸਮ ਇੱਕ ਹੋਰ ਹੁੰਦੀ ਹੈ, ਮੈਂ ਤਾਂ ਹਾਸੇ ਨਾਲ ਉਸ ਦੇ ਵਿੱਚ ਕਹਿੰਦਾ ਹੁੰਦਾ ਕਿ ਉਹਦੇ ਵਿੱਚ ਇੱਕ ਪ੍ਰਦਰਸ਼ਨੀ ਹੁੰਦੀ ਹੈ, ਜਾਣੀ ਕਿ ਇੱਕ ਐਕਸੀਬਿਸ਼ਨ ਲੱਗਦੀ ਹੈ। ਜਿੱਦਾਂ ਆਪਾਂ ਐਗਜ਼ੀਬਿਸ਼ਨਸ 'ਤੇ ਜਾਂਦੇ ਨਾ ਬਾਹਰ ਸਮਾਨ ਦੇਖਣ ਵਾਸਤੇ, ਉੱਥੇ ਇੱਕ ਐਗਜ਼ੀਬਿਸ਼ਨ ਲਾਈ ਜਾਂਦੀ ਹੈ। ਲੜਕੀ ਦੇ ਪਰਿਵਾਰ ਵੱਲੋਂ ਕੀ ਉਸ ਲੜਕੀ ਨੂੰ ਦਿੱਤਾ ਜਾ ਰਿਹਾ ਹੈ, ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀ ਦਿੱਤਾ ਜਾ ਰਿਹਾ ਹੈ, ਉਹ ਦੱਸਿਆ ਜਾਂਦਾ ਹੈ ਕਿ ਆਹ ਫਲਾਣੇ ਵੱਲੋਂ ਸੂਟ ਦਿੱਤਾ ਗਿਆ, ਇਹ ਫਲਾਣੇ ਵਜੋਂ ਸੂਟ ਗਿਆ, ਆਹ ਇੰਨੇ ਪੈਸੇ ਉਹਦੇ ਵਾਸਤੇ ਗਿਆ। ਆਪ ਜਰਾ ਉਸ ਵੇਲੇ ਵਿਚਾਰ ਕਰਕੇ ਦੇਖੋ ਕਿ ਉਸ ਵੇਲੇ ਗਰੀਬ ਮਾਂ-ਬਾਪ ਦੇ ਉੱਪਰ ਕੀ ਗੁਜ਼ਰਦੀ ਹੋਵੇਗੀ ਜੇ ਉਹ ਉਸ ਤਰੀਕੇ ਦੇ ਬਸਤਰ ਜਾਂ ਉਸ ਤਰ੍ਹਾਂ ਦੀਆਂ ਮਹਿੰਗੀਆਂ ਚੀਜ਼ਾਂ ਉਹ ਨਾ ਰੱਖ ਸਕਣ ਪ੍ਰਦਰਸ਼ਨੀ ਵਾਸਤੇ, ਉਸ ਐਕਸੀਬਿਸ਼ਨ ਵਾਸਤੇ, ਤਾਂ ਕੀ ਉਹਨਾਂ ਦੇ ਉੱਪਰ ਗੁਜ਼ਰੇਗੀ। ਲੋਕਾਂ ਦਾ ਕੰਮ ਕੀ ਹੈ, ਉਹਨਾਂ ਨੇ ਨੱਕ ਚੱਕਣਾ ਇਕੱਲਾ ਹੈ, ਆਹ ਸੂਟ ਤਾਂ ਬੜਾ ਸਸਤਾ ਜਿਹਾ ਰੱਖ ਦਿੱਤਾ। ਉਸ ਵੇਲੇ ਉਹਨਾਂ ਮਾਂ-ਬਾਪ ਤੇ ਕੀ ਗੁਜ਼ਰੇਗੀ ਉਹ ਸੋਚੋ। ਇਹ ਕਿੱਦਾਂ ਦੀ ਇੱਕ ਸ਼ਰਮਨਾਕ ਅਤੇ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਹੜਾ ਲਫ਼ਜ਼ ਵਰਤਾਂ ਕਿ ਇਸ ਤਰ੍ਹਾਂ ਦੀ ਇੱਕ ਇਹ ਰਸਮ ਹੈ, ਕਿਉਂਕਿ ਮੈਂ ਇਹ ਚੀਜ਼ਾਂ ਪ੍ਰੈਕਟੀਕਲ ਆਪਣੀ ਜ਼ਿੰਦਗੀ 'ਚ ਦੇਖੀਆਂ ਤਾਂ ਮੈਂ ਤੁਹਾਨੂੰ ਇਹ ਕਹਿ ਸਕਦਾ ਹਾਂ। ਇੱਥੇ ਤੱਕ ਕਿਸੇ ਕੋਈ ਰਿਸ਼ਤੇਦਾਰ ਵਿਚਾਰਾ ਗਰੀਬ ਵੀ ਉੱਥੇ ਪ੍ਰੋਗਰਾਮ ਚਲਾ ਜਾਏ, ਹੁਣ ਉਹਨੇ ਜਿੰਨੀ ਕੋਈ ਵਿਚਾਰੇ ਦੀ ਜੇਬ 'ਚ ਹੋਣੀ ਆ, ਉਹਨੇ ਚਲੋ ਥੋੜ੍ਹੇ ਜਿਹੇ ਪੈਸੇ ਕਹਿਣਾ ਲਓ ਜੀ ਮੇਰੇ ਵੱਲੋਂ ਵੀ ਰੱਖ ਲਏ, ਪਰ ਜਦੋਂ ਦਿਖਾਇਆ ਜਾਣਾ ਕਿ ਹਾਂ ਜੀ ਇਹ ਫਲਾਣੇ ਵੱਲੋਂ ਆ ਪੈਸੇ ਆਏ ਜਾਂ ਫਲਾਣੇ ਰਿਸ਼ਤੇਦਾਰ ਵੱਲੋਂ ਆਹ ਚੀਜ਼ ਭੇਟਾ ਕੀਤੀ ਗਈ ਹੈ, ਉਹਨੂੰ ਖੁਦ ਨੂੰ ਸ਼ਰਮ ਆਉਣੀ ਹੈ ਜਦੋਂ ਸਾਰਿਆਂ ਸਾਹਮਣੇ ਅਨਾਉਂਸਮੈਂਟ ਹੋਣੀ ਹੈ। ਇਹ ਕਿੰਨੀ ਹੀ ਇੱਕ ਸ਼ਰਮਨਾਕ ਇੱਕ ਚੀਜ਼ ਹੈ ਜੋ ਸਾਡਿਆਂ ਵਿੱਚ ਪਰੰਪਰਾ ਸਾਡੀ ਇਹ ਚੱਲ ਰਹੀ ਹੈ। ਅਸੀਂ ਪਹਿਲਾਂ ਇਸ ਦਾ ਵਿਚਾਰ ਕਰੀਏ ਕਿ ਇੱਕ ਮਾਂ-ਬਾਪ ਆਪਣੇ ਧੀ ਨੂੰ ਕੁਝ ਦੇਣਾ ਚਾਹੁੰਦੇ ਹਨ, ਬੜੀ ਖੁਸ਼ੀ ਦੇ ਨਾਲ ਦੇਣ, ਪਰ ਦੁਨੀਆ ਨੂੰ ਦਿਖਾ ਕੇ, ਦੁਨੀਆ ਕੋਲ ਪਰਮਿਸ਼ਨ ਲੈਣੀ ਹੈ ਕਿ ਹਾਂ ਵੀ ਅਸੀਂ ਬੱਚਿਆਂ ਨੂੰ ਆਹ ਦੇਣ ਲੱਗੇ ਹਾਂ, ਉਹਨਾਂ ਕੋਲੋਂ ਪਾਸ ਕਰਾਉਣਾ ਹੈ, ਉਹਨਾਂ ਨੂੰ ਦਿਖਾ ਕੇ ਫੇਰ ਦੇਣਾ ਹੈ। ਇਹ ਬਹੁਤ ਹੀ ਗਲਤ ਚੀਜ਼ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਰਸਮ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਕਿ ਇਹ ਗੁਰਮਤ ਦੇ ਅਨੁਸਾਰ ਨਹੀਂ ਹੈ, ਇਹ ਗਲਤ ਹੈ। ਇਹ ਗੁਰਬਾਣੀ ਵੀ ਇਸ ਰਸਮ ਨੂੰ ਗਲਤ ਆਖਦੀ ਹੈ। ਜੇ ਕਿਸੇ ਨੇ ਇਹ ਦੇਖਣਾ ਹੈ ਤਾਂ ਉਹ ਪੜ੍ਹ ਸਕਦਾ ਹੈ। ਆਪਨੇ ਕਈ ਵਾਰ ਇੱਕ ਸ਼ਬਦ ਸਰਵਣ ਕੀਤਾ ਹੋਵੇਗਾ ਗੁਰਬਾਣੀ ਦਾ ਆਨੰਦ ਵੇਲੇ ਕਿ ਵਿਆਹ ਹੋਇਆ ਮੇਰੇ ਬਾਬਲਾ। ਉਸੇ ਹੀ ਸ਼ਬਦ ਦੇ ਅੱਗੇ ਜਾ ਕੇ ਸੱਚੇ ਪਾਤਸ਼ਾਹ ਨੇ ਕੁਝ ਹੋਰ ਪੰਕਤੀਆਂ ਉਚਾਰੀਆਂ ਹਨ ਜਿਹੜੀਆਂ ਆਮ ਮੈਨੂੰ ਲੱਗਦਾ ਕਿ ਸਾਡੇ ਗਿਆਨੀ ਸੱਜਣ ਡਰਦੇ ਵੀ ਨਹੀਂ ਪੜ੍ਹਦੇ ਹੋਣੇ। ਉਹਦੇ ਵਿੱਚ ਲਿਖਿਆ ਹੈ ਕਿ ਹਰ ਪ੍ਰਭ ਮੇਰੇ ਬਾਬਲਾ, ਹਰ ਦੇਵਾਹੋ ਦਾਨ ਮੈਂ ਦਾਜੋ, ਹਰ ਕੱਪੜੇ ਹਰ ਸੋਭਾ ਦੇਵਾਹੋ, ਹਰ ਕੱਪੜੇ ਹਰ ਸੋਭਾ ਦੇਵਾਹੋ, ਜਿਤ ਸਵਰੇ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸੋਭਾ ਹੋਈ, ਇਹੋ ਦਾਨ ਨਾ ਰਲੇ ਰਲਾਇਆ, ਹਰ ਮਨਮੁਖ ਦਾਜ ਜੇ ਰਖ ਦਿਖਾ ਲਹਿ, ਸੋ ਕੂੜ ਹੰਕਾਰ ਕਚ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵਹੁ ਦਾਨ ਮੈਂ ਦਾਜੋ। ਦਾਜ ਦੀ ਇਹਦੇ ਵਿੱਚ ਗੱਲ ਆਈ ਹੈ, ਪਰ ਕਿਸ ਤਰ੍ਹਾਂ ਦਾ ਦਾਜ ਹੈ, ਕਿਸ ਤਰ੍ਹਾਂ ਦਾ ਦਾਜ ਇੱਕ ਪੁੱਤਰੀ ਆਪਣੇ ਪਿਤਾ ਤੋਂ ਮੰਗਦੀ ਹੈ ਗੁਰਮਤ ਅਨੁਸਾਰ। ਔਰ ਜਿਸ ਵੇਲੇ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਹੋਵੇਗਾ ਉਸ ਵੇਲੇ ਜ਼ਰੂਰ ਦਾਜ ਦੀ ਇਹ ਪ੍ਰਥਾ ਚੱਲਦੀ ਹੋਏਗੀ, ਤਾਂ ਹੀ ਉਹਨਾਂ ਨੂੰ ਇੱਕ ਸਿੱਖਮਤ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ ਹੈ ਕਿ ਸਤਿਗੁਰੂ ਜੀ ਫਰਮਾਉਂਦੇ ਹਨ ਲੜਕੀ ਵੱਲੋਂ ਪਿਤਾ ਪਾਸੋਂ ਇਹ ਦਾਨ ਮੰਗਦੀ ਹੈ ਕਿ ਹੇ ਮੇਰੇ ਬਾਬਲਾ, ਹੇ ਮੇਰੇ ਪਿਤਾ, ਮੈਨੂੰ ਪ੍ਰਭੂ ਦੇ ਨਾਮਾਂ ਰੂਪੀ ਦਾਜ ਦਾ ਦਾਨ ਦੇਵੋ, ਹਰ ਕੱਪੜਾ ਪਰਮਾਤਮਾ ਦੇ ਨਾਮ ਰੂਪੀ ਦੇਵੋ, ਪ੍ਰਭੂ ਦੀ ਸੋਭਾ ਕਰਨੀ ਦੇਵੋ। ਹਰੀ ਦੀ ਭਗਤੀ ਨਾਲ ਕਾਜ ਸਫਲ ਹੁੰਦੇ ਹਨ
ਤੇ ਹੇ ਮੇਰੇ ਸਤਿਗੁਰ, ਆਪ ਪਾਸੋਂ ਮੈਨੂੰ ਜੋ ਨਾਮ ਦਾ ਦਾਨ ਮਿਲਿਆ ਹੈ ਉਸ ਦੀ ਸੋਭਾ ਜੋ ਹੈ ਖੰਡ ਬ੍ਰਹਿਮੰਡ ਦੇ ਵਿੱਚ ਹੋ ਰਹੀ ਹੈ। ਇਹ ਉੱਤਮ ਦਾਨ ਜੋ ਇਸ ਤਰ੍ਹਾਂ ਦਾ ਜੋ ਦਾਜ ਹੈ, ਇਸ ਤਰ੍ਹਾਂ ਦਾ ਜੋ ਦਾਨ ਹੈ, ਕਿਸੇ ਹੋਰ ਦਾਨ ਦੇ ਵਿੱਚ ਨਹੀਂ ਰਲ ਸਕਦਾ, ਕਿਉਂਕਿ ਇਹ ਸ੍ਰੇਸ਼ਟ ਦਾਨ ਹੈ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਇਹ ਤੁਕਾਂ ਵਿੱਚ, ਖਾਸ ਤੌਰ ਤੇ ਮੇਰੀਆਂ ਭੈਣਾਂ ਜ਼ਰੂਰ ਇਸ ਨੂੰ ਧਿਆਨ ਦੇ ਨਾਲ ਸੁਣਨ ਕਿ ਸਤਿਗੁਰੂ ਜੀ ਕੀ ਫਰਮਾਉਂਦੇ ਹਨ। ਸੱਚੇ ਪਾਤਸ਼ਾਹ ਕਹਿੰਦੇ ਹਨ, ਮਨਮੁਖ ਦਾਜ ਜੇ ਰਖ ਦਿਖਾਲਾ ਹੈ, ਸੋ ਕੂੜ ਹੰਕਾਰ ਪਾਜੋ। ਭਾਵ ਕਿ ਜੇ ਵਿਆਹ ਸਮੇਂ ਮਨਮੁਖ ਪੁਰਸ਼ ਇੱਕ ਕਮਰੇ ਵਿੱਚ ਬੇਕੀਮਤੀ ਸੂਟ, ਗਹਿਣੇ, ਭਾਂਡੇ, ਮਾਇਆ, ਕੈਸ਼ ਆਦਿਕ ਪਦਾਰਥਾਂ ਦਾ ਦਾਜ ਨੰਗਾ ਰੱਖ ਕੇ ਲੋਕਾਂ ਨੂੰ ਦਿਖਾਉਂਦੇ ਹਨ, ਉਸ ਪੁਰਸ਼ ਨੂੰ ਮਨਮੁਖ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ। ਜੋ ਇਸ ਤਰ੍ਹਾਂ ਕਰਦਾ ਹੈ, ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਉਹ ਪੁਰਸ਼ ਜੋ ਹੈ ਮਨਮੁਖ ਹੈ, ਜਿਹੜਾ ਇਸ ਤਰ੍ਹਾਂ ਦਾਜ ਦਿਖਾਉਂਦਾ ਹੈ। ਅਤੇ ਇਸ ਤਰ੍ਹਾਂ ਜੋ ਦਾਜ ਦਿਖਾਉਣਾ ਹੰਕਾਰ ਕਰਨਾ ਹੈ, ਝੂਠਾ ਹੈ, ਕੂੜ ਹੈ ਤੇ ਕੁੜਮਾਂ ਨੂੰ ਖੁਸ਼ ਕਰਨ ਲਈ, ਮਿਲਾਪ ਰੱਖਣ ਵਾਸਤੇ ਇਸ ਤਰ੍ਹਾਂ ਦੇ ਪਖੰਡ ਕੀਤੇ ਜਾਂਦੇ ਹਨ। ਇਹ ਸਿਰਫ ਦਿਖਾਵਾ ਹੈ, ਇਸ ਦਾ ਕੱਖ ਫਾਇਦਾ ਨਹੀਂ ਹੁੰਦਾ। ਸਤਿਗੁਰੂ ਜੀ ਇੱਥੇ ਇਸ ਤਰ੍ਹਾਂ ਹੀ ਫਰਮਾਉਂਦੇ ਹਨ ਕਿ ਹਰੀ ਦਾ ਜਿਹੜਾ ਨਾਮ ਹੈ, ਨਾਮ ਰੂਪ ਦਾਜ ਜਿਹੜਾ ਹੈ, ਮੇਰੇ ਬਾਬਲਾ ਉਹੀ ਮੈਨੂੰ ਦੇਵੋ, ਹੋਰ ਮੈਨੂੰ ਇਹ ਸਭ ਕੁਝ ਨਹੀਂ ਚਾਹੀਦਾ। ਖਾਸ ਤੌਰ ਤੇ ਮੇਰੀਆਂ ਮਾਤਾਵਾਂ ਨੂੰ ਇਹ ਚਾਹੀਦਾ ਹੈ ਕਿ ਇਹ ਨਾ ਰਸਮਾਂ ਕਰਕੇ ਮਨਮੁਖ ਨਾ ਬਣਨ ਸਤਿਗੁਰ ਦੀ ਨਿਗਾਹ ਦੇ ਵਿੱਚ। ਉਹ ਕਈ ਵਾਰੀ ਸੁਣੀਦਾ ਹੈ ਕਿ ਜਿਹੜੇ ਪੁਰਸ਼ ਹਨ ਉਹ ਮਾਤਾਵਾਂ ਨੂੰ ਕਹਿ ਵੀ ਦਿੰਦੇ ਹਨ ਕਿ ਤੁਸੀਂ ਇਹ ਕਿਉਂ ਕਰਦੀਆਂ, ਹਟ ਜਾਓ। ਤਾਂ ਮਾਤਾਵਾਂ ਪਾਸ ਸਿਰਫ ਇੱਕੋ ਹੀ ਬਹਾਨਾ ਹੁੰਦਾ ਹੈ ਕਿ ਰਿਸ਼ਤੇਦਾਰ ਕੀ ਆਖਣਗੇ, ਸਾਡੀ ਇੱਜ਼ਤ ਨਹੀਂ ਰਹਿਣੀ, ਸਾਡੀ ਜਿਹੜੀ ਇੱਜ਼ਤ ਹੈ ਉਹ ਸਰਾ ਮਿੱਟੀ ਦੇ ਵਿੱਚ ਰੁਲ ਜਾਣੀ ਹੈ, ਤਾਂ ਕਰਕੇ ਨੱਕ ਰੱਖਣ ਵਾਸਤੇ ਕਰਨਾ ਪੈਂਦਾ ਹੈ। ਜਾਣੀ ਕਿ ਜੇ ਮੂੰਹ ਲਾਲ ਨਾ ਵੀ ਹੋਵੇ, ਜਿੱਦਾਂ ਪੰਜਾਬੀ ਦੀ ਕਹਾਵਤ ਹੈ ਕਿ ਨਾ ਵੀ ਹੋਵੇ ਤਾਂ ਆਪਣੇ ਆਪ ਹੀ ਮੂੰਹ ਤੇ ਥੱਪੜ ਮਾਰ ਕੇ ਗੱਲਾਂ ਲਾਲ ਕਰਨ ਵਾਲੀ ਗੱਲ ਹੈ। ਪਰ ਕਦੀ ਸੋਚੋ ਕਿ ਇਸ ਝੂਠੀ ਇੱਜ਼ਤ ਕਰਕੇ ਜਾਂ ਇਸ ਝੂਠੀ ਇੱਜ਼ਤ ਦਿਖਾਉਣ ਕਰਕੇ ਕਈ ਪਰਿਵਾਰ ਇਸ ਸੂਲੀ ਦੇ ਉੱਪਰ ਚੜ ਗਏ ਹਨ, ਬਰਬਾਦ ਹੋ ਗਏ ਹਨ। ਸਾਡੇ ਜਿਹੜੇ ਗਿਆਨੀ ਹਨ ਉਹ ਮੈਨੂੰ ਹਾਲ ਤੱਕ ਨਹੀਂ ਸਮਝ ਪਈ ਕਿ ਉਹ ਇਹਨਾਂ ਰਸਮਾਂ ਤੇ ਜਾ ਕੇ, ਜਿੱਦਾਂ ਮਿਲਨੀਆਂ, ਰੋਕਾ ਤੇ ਡੋਲੀ ਤੇ ਹਲਦੀ ਤੇ ਚੁੰਨੀ ਆਦਿ, ਇੱਦਾਂ ਦੀਆਂ ਰਸਮਾਂ ਤੇ ਜਾ ਕੇ ਉਹ ਅਰਦਾਸਾਂ ਕਰ ਦਿੰਦੇ ਹਨ, ਜਦ ਕਿ ਉਹ ਗੁਰਮਤ ਤੋਂ ਖਿਲਾਫ ਹਨ, ਉਹ ਗੁਰਮਤ ਦੇ ਅਨੁਸਾਰ ਨਹੀਂ ਹਨ। ਉਹ ਜਾ ਕੇ ਉੱਥੇ ਅਰਦਾਸ ਕਰਦੇ ਹਨ। ਇਹ ਬਹੁਤ ਹੀ ਗਲਤ ਗੱਲ ਹੈ। ਔਰ ਇੱਕ ਹੈਰਾਨੀ ਦੀ ਗੱਲ ਮੇਰੇ ਦਿਮਾਗ 'ਚ ਕਈ ਆਉਂਦੀ, ਹਾਸੇ ਦੀ ਗੱਲ ਹੀ ਹੈ ਕਿ ਕਦੀ ਵੀ ਕਿਸੇ ਮਾਈ ਨੂੰ ਪੁੱਛ ਲਓ, ਜਾਂ ਉੱਥੇ ਜਦੋਂ ਵਿਆਹ ਹੁੰਦੇ ਹਨ, ਕਦੀ ਉਹਨਾਂ ਨੂੰ ਪੁੱਛ ਲਓ, ਮਾਤਾ ਜੀ ਕਿ ਆਪਾਂ ਹੁਣ ਰੁਮਾਲਾ ਕਿੱਦਾਂ ਚਾੜ੍ਹਨਾ ਹੈ ਜਾਂ ਪ੍ਰਸ਼ਾਦ ਕਿੱਦਾਂ ਤਿਆਰ ਕਰਨਾ ਹੈ, ਤਾਂ ਅਸੀਂ ਉਹ ਕੋਈ ਇੱਦਾਂ ਦੀ ਮਰਿਆਦਾ ਪੁੱਛੋ ਤਾਂ ਉਹਨਾਂ ਨੇ ਇਹ ਗੱਲ ਕਹਿਣੀ, ਮੈਨੂੰ ਨਹੀਂ ਪਤਾ, ਗਿਆਨੀ ਹੋਣਾ ਨੂੰ ਪੁੱਛ ਲਾ, ਗਿਆਨੀ ਹੋਣਾ ਨੂੰ ਪਤਾ ਹੋਣਾ, ਜਾਂ ਸੰਤਾਂ ਨੂੰ ਪੁੱਛ ਲਓ। ਤਾਂ ਜੇ ਮਾਤਾ ਜੀ ਨੂੰ ਪੁੱਛ ਲਓ, ਮਾਤਾ ਜੀ ਕਿ ਦੂਸਰਾ ਆਹ ਸੂਟ ਕਿੰਨੇ ਦੇਣੇ ਹੈਗੇ ਆ, ਮੈਂ ਕਹਿੰਦਾ ਮਾਤਾ ਜੀ ਨੇ ਉਸੇ ਵੇਲੇ ਪੂਰਾ ਇੱਕ ਗ੍ਰੰਥ ਖੋਲ ਦੇਣਾ ਕਿ ਫਲਾਣੇ ਬੰਦੇ ਨੂੰ ਇੰਨੇ ਸੂਟ ਦੇਣੇ ਆ, ਫਲਾਣੇ ਨੂੰ ਇੰਨੇ ਸੂਟ ਦੇਣੇ ਆ, ਫਲਾਣੇ ਨੂੰ ਮੁੰਦੀ ਦੇਣੀ ਹੈ, ਜਾਣੀ ਕਿ ਮੂੰਹ ਜਵਾਨੀ ਸਾਰੀਆਂ ਯਾਦ ਹੋਣੀਆਂ। ਤਾਂ ਉਹ ਜਿਹੜੇ ਸ਼ਬਦ ਆ ਉਹਨਾਂ ਨੂੰ ਤੁਸੀਂ ਸ਼ਬਦ ਹੀ ਕਹਿ ਲਓ, ਉਹਨਾਂ ਵਾਸਤੇ ਜਿਹੜੇ ਕਿਸ ਟਾਈਮ ਤੇ ਕਿਹੜੇ ਉਹਨਾਂ ਨੇ ਗੀਤ ਗਾਉਣੇ ਆ ਉਹ ਮਾਈਆਂ ਨੂੰ ਪੂਰੀ ਤਰ੍ਹਾਂ ਯਾਦ ਹੋਊਗਾ। ਨਾ ਤਾਂ ਉਹਨਾਂ ਨੂੰ ਸ਼ਬਦ ਯਾਦ ਹੋਏਗਾ, ਨਾ ਸ਼ਬਦਾਂ ਦੀਆਂ ਉਹਨਾਂ ਨੂੰ ਤੁਕਾਂ ਯਾਦ ਹੋਣਗੀਆਂ, ਨਾ ਹੀ ਉਹਨਾਂ ਨੂੰ ਗੁਰ ਮਰਿਆਦਾ ਯਾਦ ਹੋਏਗੀ ਕਿ ਅਸੀਂ ਕਿਹੜੀ ਮਰਿਆਦਾ ਉਸ ਤਰ੍ਹਾਂ ਸਤਿਗੁਰੂ ਜੀ ਦੇ ਹਿਸਾਬ ਨਾਲ ਕਰਨੀ, ਉਹ ਬਿਲਕੁਲ ਯਾਦ ਨਹੀਂ ਹੋਏਗੀ। ਇਹ ਦੁਨਿਆਵੀ ਤੌਰ ਦੀਆਂ ਰਸਮਾਂ ਸਾਰੀਆਂ ਹੀ ਉਹਨਾਂ ਨੂੰ ਯਾਦ ਹੋਣਗੀਆਂ। ਖਿਮਾ ਕਰਨਾ, ਇਹ ਮੇਰੇ ਤੇ ਕੋਈ ਮਾਤਾ ਨਾਰਾਜ਼ ਨਾ ਹੋਵੇ, ਪਰ ਲੇਕਿਨ ਇਹ ਹਕੀਕਤ ਹੈ। ਸਾਡਾ ਇਹਨਾਂ ਰਸਮਾਂ ਤੋਂ ਵੀ ਦਿਲ ਨਹੀਂ ਭਰਦਾ, ਫਿਰ ਇਹਨਾਂ ਰਸਮਾਂ ਤੋਂ ਵੀ ਸਾਡਾ ਦਿਲ ਨਹੀਂ ਭਰਦਾ ਕਿ ਹਾਲੇ ਕੁਝ ਹੋਰ ਕਰਨਾ ਚਾਹੀਦਾ ਹੈ। ਤੇ ਇੱਕ ਰਸਮ ਫਿਰ ਖੀਰ ਤੇ, ਜਾਣੀ ਕਿ ਜਿਹਨੂੰ ਕਹਿੰਦੇ ਹਨ ਕਿ ਸਿਰਮੌਰ ਕਹਿ ਲਓ ਸਾਰਿਆਂ ਨਾਲੋਂ ਰਸਮ, ਉਹ ਫਿਰ ਕਰਦੇ ਹਨ, ਜਿਸ ਦਾ ਨਾਮ ਰੱਖਿਆ ਗਿਆ ਹੈ ਰਿਸੈਪਸ਼ਨ। ਇਸ ਦੇ ਵਿੱਚ ਸਾਰੀਆਂ ਹੀ ਕਸਰਾਂ ਕੱਢ ਦਿੰਦੇ ਹਨ। ਇਹਦੇ ਵਿੱਚ ਜਿੰਨੇ ਪੈਸੇ ਹੋਰ ਬਰਬਾਦ, ਜਿੰਨੇ ਕੁ ਬਚਦੇ ਹਨ, ਉਸ ਦੇ ਵਿੱਚ ਬਰਬਾਦ ਕਰ ਦਿੱਤੇ ਜਾਂਦੇ ਹਨ। ਔਰ ਉਸ ਦੇ ਵਿੱਚ ਹਰ ਚੀਜ਼ਾਂ ਜੋ ਗੁਰਮਤਿ ਤੋਂ ਉਲਟ ਹੁੰਦੀਆਂ ਹਨ ਉਹ ਉੱਥੇ ਖਾਧੀਆਂ ਜਾਂਦੀਆਂ ਹਨ ਤੇ ਕੀਤੀਆਂ ਜਾਂਦੀਆਂ ਹਨ, ਪੀਤੀਆਂ ਜਾਂਦੀਆਂ ਹਨ। ਉੱਥੇ ਉਹ ਕੰਮ ਕੀਤੇ ਜਾਂਦੇ ਹਨ ਜੋ ਬਿਲਕੁਲ ਗੁਰਮਤਿ ਦੇ ਉਲਟ ਹੁੰਦੇ ਹਨ। ਇੱਥੇ ਮਾਸ, ਸ਼ਰਾਬ
ਦਾ ਦੌਰ ਵਿੱਚ ਤੇ ਚੱਲਦਾ ਹੈ। ਤੇ ਸ਼ਰਾਬ ਤਾਂ ਇਸ ਤਰ੍ਹਾਂ ਵਰਤਾਈ ਜਾਂਦੀ ਹੈ ਜਿੱਦਾਂ ਉਹ ਜਲ ਨਹੀਂ ਵਰਤਾਉਂਦੇ ਹੁੰਦੇ ਸਨ ਜੀ, ਜਲ ਲੈ ਲਓ, ਜਲ ਖਤਮ ਹੋ ਗਿਆ। ਇਸ ਤਰ੍ਹਾਂ ਵਰਤਾਇਆ ਜਾਂਦਾ ਹੈ। ਸਿਰਫ ਕਾਹਦੇ ਵਾਸਤੇ? ਰਿਸ਼ਤੇਦਾਰ ਔਰ ਦੋਸਤਾਂ ਨੂੰ ਖੁਸ਼ ਕਰਨ ਵਾਸਤੇ ਇਹ ਕੰਮ ਕੀਤਾ ਜਾਂਦਾ ਹੈ। ਔਰ ਸੋਚਣ ਦੀ ਗੱਲ ਹੈ ਕਿ ਇਸ ਪਾਸੇ ਤਾਂ ਅਸੀਂ ਆਪਣੀਆਂ ਖੁਸ਼ੀਆਂ ਮਨਾ ਰਹੇ ਹੁੰਦੇ ਹਾਂ। ਸਾਡੇ ਜੀ ਬੱਚੇ ਤਾਂ ਬੱਚੀ ਦਾ ਵਿਆਹ ਹੋਇਆ, ਅਸੀਂ ਆਸ਼ੀਰਵਾਦ ਮੰਗਦੇ ਫਿਰਦੇ ਹੁੰਦੇ ਹਾਂ। ਤੇ ਇੱਕ ਪਾਸੇ ਉਹ ਦੋਸਤਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਨੂੰ ਮਾਸ ਖਿਲਾਉਣ ਵਾਸਤੇ ਅਨੇਕਾਂ ਹੀ ਜਾਨਵਰਾਂ ਦੀਆਂ ਬਲੀ ਦੇ ਦਿੰਦੇ ਹਾਂ, ਉਹਨਾਂ ਦਾ ਜੀਆ ਘਾਤ ਕਰ ਦਿੰਦੇ ਹਾਂ। ਥੋੜ੍ਹਾ ਸੋਚੋ ਕਿ ਉਹ ਜਿਹੜੇ ਜਾਨਵਰ ਹੈ ਜਿਨ੍ਹਾਂ ਦਾ ਜੀਆ ਘਾਤ ਕੀਤਾ ਗਿਆ, ਉਹਨਾਂ ਵੱਲੋਂ ਤੁਹਾਨੂੰ ਦੂਸਰਾ ਕੀ ਮਿਲੇਗਾ? ਇੱਧਰੋਂ ਤਾਂ ਸ਼ਾਇਦ ਇਹ ਜਿਹੜੇ ਦੁਨੀਆ ਵਾਲੇ ਹਨ, ਇਹਨਾਂ ਦੇਣਾ ਕੁਛ ਵੀ ਨਹੀਂ, ਇਹਨਾਂ ਨੇ ਖਾ ਪੀ ਕੇ ਬਸ ਹੱਥ ਝਾੜ ਕੇ ਚਲੇ ਜਾਣਾ। ਪਰ ਉਹ ਜਿਹੜੇ ਜਾਨਵਰ ਮਰੇ ਹਨ ਤੁਹਾਡੇ ਇਸ ਖੁਸ਼ੀ ਵਾਸਤੇ, ਉਹਨਾਂ ਵੱਲੋਂ ਤੁਹਾਨੂੰ ਦੁਆਵਾਂ ਮਿਲਣੀਆਂ ਹਨ ਜਾਂ ਬਦ ਦੁਆਵਾਂ ਮਿਲਣੀਆਂ ਹਨ। ਇਹ ਤੁਸੀਂ ਆਪ ਹੀ ਇਸ ਚੀਜ਼ ਦਾ ਵਿਚਾਰ ਕਰੋ। ਔਰ ਫਿਰ ਇੱਥੇ ਤੱਕ ਹੁੰਦਾ ਹੈ ਕਿ ਉਸ ਰਿਸੈਪਸ਼ਨਾਂ ਦੇ ਵਿੱਚੋਂ ਸਾਡੇ ਜਿਹੜੇ ਕਈ ਸਿੰਘ ਸਾਹਿਬਾਨ ਹਨ, ਉਹਨਾਂ ਨੂੰ ਫਿਰ ਉਹਨਾਂ ਕੋਲ ਆਪ ਤਾਂ ਤੁਰ ਨਹੀਂ ਹੁੰਦਾ, ਗੱਡੀ ਨਹੀਂ ਚਲਾ ਹੁੰਦੀ, ਫਿਰ ਉਹਨਾਂ ਨੂੰ ਟੈਕਸੀਆਂ 'ਚ ਬਿਠਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਭੇਜਿਆ ਜਾਂਦਾ। ਇਹ ਕੀ ਹੈ? ਇਹ ਕੀ ਹੈ? ਮੈਂ ਅੱਜ ਤੱਕ ਇਸ ਚੀਜ਼ ਨੂੰ ਨਹੀਂ ਸਮਝਿਆ ਕਿ ਕੀ ਅਸੀਂ ਕਰ ਰਹੇ ਹਾਂ। ਔਰ ਫਿਰ ਇੱਥੇ ਤੱਕ ਵੀ ਹੁੰਦਾ ਹੈ ਕਿ ਸ਼ਰਾਬ ਪੀ ਕੇ ਜਿਹੜੀ ਮੱਤ ਹੈ ਨਾ, ਉਹ ਮੱਤਹੀਨ ਹੋ ਜਾਂਦੇ ਹਨ। ਬਾਣੀ ਦੇ ਵਿੱਚ ਵੀ ਲਿਖਿਆ, ਮੈਂ ਨਹੀਂ ਕਹਿੰਦਾ, ਬਾਣੀ ਪੜ੍ਹ ਕੇ ਦੇਖ ਲਓ, ਬਾਣੀ 'ਚ ਵੀ ਇੱਦਾਂ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਹਨ ਕਿ ਉਹ ਬੰਦੇ ਦੀ ਮੱਤਹੀਨ ਹੋ ਜਾਂਦੀ, ਉਹਦੀ ਮੱਤ ਜਿਹੜੀ ਉਹ ਨਹੀਂ ਰਹਿੰਦੀ। ਔਰ ਫਿਰ ਕੀ ਹੁੰਦਾ ਹੈ, ਉਹ ਫਿਰ ਕਈ ਵਾਰੀ ਕੁੱਟ ਕਟਾਪਾ ਵੀ ਉੱਥੇ ਹੋ ਜਾਂਦਾ। ਆਮ ਤੌਰ 'ਤੇ ਤੁਸੀਂ ਇਹ ਚੀਜ਼ਾਂ ਦੇਖਦੇ ਹੋ। ਕੀ ਫਾਇਦਾ ਹੋਇਆ ਇਹਨਾਂ ਚੀਜ਼ਾਂ ਦਾ? ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵਾਕ ਆਉਂਦਾ ਹੈ ਕਿ ਸਭ ਮਾਸ ਸ਼ਰਾਬ ਕੋ ਪਾਨ ਕਰੇ, ਸਭ ਮਾਸ ਸ਼ਰਾਬ ਕੋ ਪਾਨ ਕਰੇ, ਤ੍ਰਿਗ ਆਪ ਕੋ ਸਿੱਖ ਖਾਵੇਂਗੇ, ਇੱਕ ਖਾਲਸਾ ਪੰਥ ਮਲੇਸ਼ ਹੋਊ, ਊਚ ਨੀਚ ਕੋ ਬੀਚ ਮਿਲਾਵੇਂਗੇ। ਹੁਣ ਅਸੀਂ ਆਪ ਹੀ ਸੋਚ ਲਈਏ ਕਿ ਅਸੀਂ ਕਿਸ ਸ਼੍ਰੇਣੀ ਦੇ ਵਿੱਚ ਅਸੀਂ ਜਾਣਾ ਹੈ। ਅਸੀਂ ਆਪਣੇ ਆਪ ਨੂੰ ਇਹਨਾਂ ਰਸਮਾਂ ਕਰਕੇ ਆਪਣੇ ਆਪ ਨੂੰ ਦੇਖਿਆ ਜਾਏ ਤਾਂ ਧੋਖਾ ਦੇ ਰਹੇ ਹਾਂ। ਅਸੀਂ ਕਿਸੇ ਨੂੰ ਧੋਖਾ ਨਹੀਂ ਦੇ ਰਹੇ। ਸੋ ਸਾਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਇਹਨਾਂ ਸਾਰੀਆਂ ਕੁਰੀਤੀਆਂ ਤੋਂ, ਇਹ ਸਾਰੀਆਂ ਬੇਕਾਰ ਰਸਮਾਂ ਤੋਂ ਕੱਢਿਆ ਹੈ। ਸਾਡੇ ਕਈ ਨਾਮਧਾਰੀ ਸਿੱਖ ਵੀ ਹਨ ਇਸ ਤਰ੍ਹਾਂ ਕਿ ਉਹ ਗੁਰਮਤਿ ਦੇ ਵਿੱਚ ਆਨੰਦ ਕਰ ਲੈਂਦੇ ਹਨ, ਫਿਰ ਬਾਅਦ ਜਾ ਕੇ ਫਿਰ ਪਾਰਟੀ ਕਰ ਲੈਂਦੇ ਹਨ। ਉਹ ਜਾਣੀ ਕਿ ਆਪਣੀ ਕਸਰ ਉਧਰ ਕੱਢ ਹੀ ਲੈਂਦੇ ਹਨ, ਜਾਣੀ ਕਿ ਮਨਮੁਖਾਂ ਵਾਲੀ। ਜੇ ਹੋਰ ਨਹੀਂ ਹੁੰਦਾ ਤਾਂ ਫਿਰ ਇੱਕ ਚੀਜ਼ ਹੋਰ ਕਰ ਲੈਂਦੇ ਹਨ, ਆਨੰਦ ਨਾਮਧਾਰੀ ਵਸਤਰਾਂ ਦੇ ਨਾਲ ਕਰ ਲੈਂਦੇ ਹਨ। ਫਿਰ ਘਰ ਜਾਂਦੇ ਹੀ ਫਟਾਫਟ ਉਹ ਵਸਤਰ ਲਾ ਕੇ ਤੇ ਦੂਸਰੇ ਪਾ ਕੇ ਤੇ ਫੋਟੋਆਂ ਖਿਚਾ ਲੈਂਦੇ ਕਿ ਦੁਨੀਆ ਨੂੰ ਦਿਖਾਇਆ ਤਾਂ ਜਾਵੇ ਕਿ ਹਾਂ ਵੀ ਅਸੀਂ ਵੀ ਇੱਦਾਂ ਦੇ ਵਸਤਰ ਪਾਏ ਸੀ ਵਿਆਹ 'ਤੇ, ਇੰਗਲਿਸ਼ ਵਸਤਰ ਪਾਏ ਸੀ, ਤਾਂ ਕਰਕੇ ਦੁਨੀਆ ਨੂੰ ਕਹਿ ਤਾਂ ਸਕੀਏ। ਕਿਉਂ? ਜੇ ਸਾਡੇ ਨਾਮਧਾਰੀ ਵਸਤਰ ਪਾਏ ਹਨ, ਗਲ ਦੇ ਵਿੱਚ ਉਸ ਤਰ੍ਹਾਂ ਮਾਲਾ ਪਾਈ ਹੈ, ਚਿੱਟੇ ਸਾਡੇ ਵਸਤਰ ਪਾਏ ਹਨ, ਅਸੀਂ ਉਹਦੇ ਨਾਲ ਨਹੀਂ ਦੁਨੀਆ ਨੂੰ ਦਿਖਾ ਸਕਦੇ ਕਿ ਸਾਡਾ ਆਨੰਦ ਹੋਇਆ। ਇੱਥੋਂ ਸਾਫ਼ ਪਤਾ ਲੱਗਦਾ ਹੈ ਸਿਰਫ ਸਾਡੀਆਂ ਮਨਮਤਾਂ ਹਨ, ਇਹਦੇ ਵਿੱਚ ਕੱਖ ਨਹੀਂ ਰੱਖਿਆ ਹੋਇਆ, ਇੱਥੋਂ ਸਾਨੂੰ ਕੁਛ ਨਹੀਂ ਮਿਲਣਾ। ਸਤਿਗੁਰ ਦੇ ਪਹਿਰਾਵੇ ਨਾਲੋਂ, ਮੇਰੇ ਸਤਿਗੁਰ ਦੇ ਪਹਿਰਾਵੇ ਨਾਲੋਂ ਕੋਈ ਵੀ ਦੁਨੀਆ ਦਾ ਪਹਿਰਾਵਾ ਨਹੀਂ ਹੈ, ਨੇੜੇ ਨਹੀਂ ਲੱਗ ਸਕਦਾ। ਸਾਨੂੰ ਸਤਿਯੁਗੀ ਪਹਿਰਾਵਾ ਦਿੱਤਾ ਹੈ, ਹੰਸਾਂ ਵਾਲਾ ਬਾਣਾ ਦਿੱਤਾ ਹੈ। ਉਹ ਫਿਰ ਅਸੀਂ ਜਾ ਕੇ ਉਸ ਤਰ੍ਹਾਂ ਕਹਿੰਦੇ ਹੁੰਦੇ ਉਹ ਚਿੜੀਆਂ ਤੇ ਚਰਗਾਂ ਦੇ ਕੱਪੜੇ ਪਾ ਕੇ ਉਸ ਤਰ੍ਹਾਂ ਉਹਨਾਂ ਨੂੰ ਦਿਖਾਉਂਦੇ ਆ ਬੰਦਿਆਂ ਨੂੰ। ਸਾਨੂੰ ਜਿਹੜੇ ਵਸਤਰ ਸਾਡੇ ਸਤਿਗੁਰੂ ਰਾਮ ਸਿੰਘ ਜੀ ਨੇ ਦਿੱਤੇ ਹਨ, ਉਹਦੇ ਮੂਹਰੇ ਤਾਂ ਕੋਈ ਖੜਾ ਵੀ ਨਹੀਂ ਹੋ ਸਕਦਾ। ਸੋ ਸਾਰੇ ਅਸੀਂ ਇਕੱਠੇ ਹੋਈਏ, ਇਕੱਠੇ ਹੋ ਕੇ ਇਹ ਜਿਹੜੀਆਂ ਮਨਮੁਖਾਂ ਵਾਲੀਆਂ ਰਸਮਾਂ ਹਨ, ਇਹਨਾਂ ਨੂੰ ਛੱਡੀਏ, ਇਹਨਾਂ ਤੋਂ ਪਰੇ ਹਟੀਏ, ਗੁਰਮੁਖਾਂ ਵਾਲੀ ਰੀਤੀ ਤੇ ਚੱਲੀਏ, ਅਸੀਂ ਵੀ ਆਪਣੇ ਆਪ ਨੂੰ ਗੁਰਮੁਖ ਕਹਾ ਸਕੀਏ। ਬਾਕੀ ਜੇ ਤੁਸੀਂ ਇਹ ਕਹੋ ਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਤੁਸੀਂ ਰਸਮਾਂ ਕਰਦੇ ਹੋ, ਲਿਖ ਲਾਓ, ਕਾਗਜ਼ 'ਤੇ ਲਿਖ ਲਓ। ਇਹ ਦੁਨੀਆ ਜਿਹੜੀ ਹੈ ਜਿਨ੍ਹਾਂ ਕਰਕੇ ਤੁਸੀਂ ਇਹ ਝੂਠੀਆਂ ਰਸਮਾਂ ਕਰਦੇ, ਇਹਨਾਂ ਨੇ ਕਿਤੇ ਤੁਹਾਡੇ ਕੰਮ ਨਹੀਂ ਆਉਣਾ। ਜਿੱਦਣ ਮੁਸੀਬਤ ਪਈ, ਇਹਨਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ। ਸਿਰਫ ਕਿਹਨੇ ਸਾਥ ਦੇਣਾ ਹੈ? ਸਤਿਗੁਰ ਨੇ ਸਾਥ ਦੇਣਾ ਹੈ। ਸਤਿਗੁਰ ਨੇ ਆ ਕੇ ਹੱਥ ਫੜਨਾ ਹੈ। ਮੁਸੀਬਤ ਵੇਲੇ ਤੁਹਾਡੇ ਆਪਣਿਆਂ ਨੇ ਵੀ ਸਾਥ ਨਹੀਂ ਦੇਣਾ, ਸਿਰਫ ਸਤਿਗੁਰ ਨੇ ਆ ਕੇ ਹੱਥ ਫੜਨਾ ਹੈ। ਜੇ ਅਸੀਂ ਸਤਿਗੁਰ ਦੇ ਮੰਨੇ ਹੋਏ ਰਸਤੇ 'ਤੇ ਚੱਲਾਂਗੇ, ਤਾਂ ਕਰਕੇ ਆਪਣੇ ਆਪ ਨੂੰ ਇਹਨਾਂ ਝੂਠੀਆਂ ਰਸਮਾਂ ਕਰਕੇ ਨਾ ਖਰਾਬ ਕਰੋ, ਨਾ ਪੈਸੇ ਖਰਾਬ ਕਰੋ, ਨਾ ਮਨਮੁਖ ਬਣੋ। ਇਹ ਜਿਹੜੀਆਂ ਰਸਮਾਂ ਝੂਠੀਆਂ, ਇਹਨਾਂ ਨੂੰ ਛੱਡ ਦਿਓ। ਤਾਂ ਸਤਿਗੁਰ ਜੋ ਸਾਨੂੰ ਦੱਸਦਾ ਹੈ ਉਸ ਰਾਹ 'ਤੇ ਚੱਲੀਏ, ਤਾਂ ਸਤਿਗੁਰ ਦੀਆਂ ਖੁਸ਼ੀਆਂ ਲਈਏ। ਮੈਂ ਆਪ ਜੀ ਦੇ ਸਾਹਮਣੇ ਜੋ ਵੀ ਬੇਨਤੀਆਂ ਕੀਤੀਆਂ ਹਨ, ਇਹ ਮੇਰਾ ਆਪਣਾ ਵੀ ਅਨੁਭਵ ਹੈ ਇਸ ਦੇ ਵਿੱਚ, ਅਤੇ ਕੁਛ ਗੁਰਮਤ ਦੇ ਹਿਸਾਬ ਦੇ ਨਾਲ
ਮੈਂ ਆਪ ਜੀ ਦੇ ਸਾਹਮਣੇ ਅਰਜ਼ਾਂ ਕੀਤੀਆਂ ਹਨ। ਮੇਰੀ ਹੱਥ ਜੋੜ ਕੇ ਸਾਰਿਆਂ ਪਾਸ ਇਹੀ ਬੇਨਤੀ ਹੈ ਕਿ ਮੇਰੀ ਗੱਲ ਦਾ ਕੋਈ ਵੀ ਬੁਰਾ ਨਾ ਮੰਨੇ, ਕਿਉਂਕਿ ਜਿਹੜਾ ਗੁਰਸਿੱਖ ਹੈ, ਜਿੰਨੇ ਵੀ ਗੁਰਸਿੱਖ ਹਨ ਦੁਨੀਆ ਦੇ, ਜਿੰਨੇ ਵੀ ਹਨ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਗੁਰਸਿੱਖ ਬਣਾਇਆ ਹੈ। ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਇੱਥੇ ਤੱਕ ਆਖਿਆ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ। ਅਸੀਂ ਸਾਰੇ ਹੀ ਇੱਕ ਪਰਿਵਾਰ ਹਾਂ। ਜਦੋਂ ਪਰਿਵਾਰ ਦੇ ਅੰਦਰ ਕੋਈ ਇੱਦਾਂ ਦੀ ਗਲਤ ਚੀਜ਼ਾਂ ਹੁੰਦੀਆਂ ਹਨ ਤੇ ਕੋਈ ਨਾ ਕੋਈ ਪਰਿਵਾਰ ਦਾ ਕੋਈ ਵੀ ਮੈਂਬਰ ਉੱਠ ਕੇ ਇਸ ਤਰ੍ਹਾਂ ਅਰਜ਼ਾਂ ਕਰ ਸਕਦਾ ਹੈ। ਉਸੇ ਤਰ੍ਹਾਂ ਹੀ ਮੈਂ ਵੀ ਇੱਕ ਅਰਜ਼ਾਂ ਕੀਤੀਆਂ ਆਪ ਜੀ ਦੇ ਸਾਹਮਣੇ ਕਿ ਆਹ ਜਿਹੜੀਆਂ ਚੀਜ਼ਾਂ ਹਨ, ਆਹ ਗਲਤ ਜਿਹੜੀਆਂ ਰਸਮਾਂ ਹਨ, ਇਹਦੇ ਵਿੱਚ ਨਾ ਆਪਾਂ ਸਮਾਂ ਖਰਾਬ ਕਰੀਏ, ਨਾ ਪੈਸੇ ਖਰਾਬ ਕਰੀਏ। ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਨੂੰ ਲਾਈਏ, ਉਹਨਾਂ ਨੂੰ ਗੁਰਮਤ ਬਾਰੇ ਪਾਸੇ ਲਾਈਏ, ਦੁਨੀਆ ਨੂੰ ਖੁਸ਼ ਕਰਨ ਦੇ ਵੱਲ ਨੂੰ ਨਾ ਜਾਈਏ। ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਦੁਨੀਆ ਨੂੰ ਨਾ ਖੁਸ਼ ਕਰਨ ਵੱਲ ਨੂੰ ਜਾਈਏ, ਆਪਣੇ ਸਤਿਗੁਰ ਨੂੰ ਖੁਸ਼ ਕਰਨ ਵਾਸਤੇ ਚੱਲੀਏ, ਤਾਂ ਫਿਰ ਸਾਡਾ ਹਰ ਪਾਸਿਓਂ ਹੀ ਸਾਡਾ ਫਿਰ ਕੰਮ ਸਾਰਾ ਸਫਲ ਹੋਏਗਾ। ਸੋ ਅੰਤ ਵਿੱਚ ਮੇਰੀਆਂ ਭੁੱਲਾਂ ਦੀ ਸਾਰੀ ਸਾਧ ਸੰਗਤ ਨੇ ਖਿਮਾ ਬਖਸ਼ਣੀ। ਸਤਿ ਸ੍ਰੀ ਅਕਾਲ।